ਜਸਟਿਸ देख रहे हो तुसीं, मैं KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਦੋ ਚਿੱਠੀਆਂ ਮੇਰੇ ਹੱਥ ਵਿੱਚ, ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਿਖੀ ਹੈ, ਇੱਕ ਮੈਂਬਰ ਪਾਰਲੀਮੈਂਟ ਲੁਧਿਆਣਾ ਤੋਂ ਰਮਨੀਤ ਸਿੰਘ ਬਿੱਟੂ ਹਰਾਂ ਨੇ ਲਿਖੀ ਹੈ। ਦੋਨਾਂ ਦੀ ਚਿੱਠੀ ਹੈ ਜਿਹੜੀ ਉਹਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਦਾ ਜ਼ਿਕਰ ਹੈ ਤੇ ਜਦੋਂ ਬਲਵੰਤ ਸਿੰਘ ਰਾਜੋਆਣਾ ਦਾ ਜ਼ਿਕਰ ਹੁੰਦਾ ਤੇ ਪੰਜਾਬ ਦੀ ਰਾਜਨੀਤੀ ਤਪ ਜਾਂਦੀ ਹੈ। ਖਾਸ ਕਰਕੇ ਕਾਂਗਰਸ ਵੱਲੋਂ ਉਹਨੇ ਜਵਾਬ ਨਹੀਂ ਹੁੰਦੇ ਜਿੰਨੇ ਕੱਲੇ ਰਮਨੀਤ ਸਿੰਘ ਬਿੱਟੂ ਵੱਲੋਂ ਹੁੰਦੇ, ਕਿਉਂਕਿ ਰਮਨੀਤ ਸਿੰਘ ਬਿੱਟੂ ਹਰਾਂ ਦਾ ਪਰਿਵਾਰ ਹੈ ਜਿਹੜਾ इस पूरे मामले दे विच सीधे तौर पर शामिल है जां वो पीड़ित परिवार है। पर उस पीड़ित परिवार तो इलावा जिहड़ी पॉलिटिक्स हो रही है वो मुद्दा बहुत वड्डा बनता जा रहा है। तो ये मुद्दा क्यों वड्डा बनता जा रहा है, इहदी टाइमिंग की है, बहुत सारे सवाल होणगे तुहाडे जहन दे विच। पर इन्हां सवालों के जवाब किवें लिते जाण, रमनीत सिंह बिट्टू तो सुखबीर सिंह बादल ने जी चिट्ठी लिखी है वो केंद्र सरकार ने लिखी है, प्रधानमंत्री ने लिखी है, तो जिहड़ी CC की है वो गृह मंत्री ने भी की है। ਅਸੀਂ ਇੱਕੋ ਸਵਾਲ ਪੁੱਛਾਂਗੇ ਰਾਜੋਆਣਾ ਦੀ ਰਿਹਾਈ ਤੇ ਰੇੜਕਾ ਕਿ ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ, ਬੇਅੰਤ ਸਿੰਘ ਕਤਲकांड 'ਚ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਤੇ ਕੀ ਚਾਹੁੰਦੀ ਹੈ ਰਾਜਨੀਤੀ। ਇਸੇ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਹੈ ਉਹਦੇ ਬਾਰੇ ਦੱਸਦਾ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਾਂਗੇ। ਹਰਚੰਦ ਸਿੰਘ ਬਾਠ ਸੀਨੀਅਰ ਐਡਵੋਕੇਟ ਨੇ, ਬਾਠ ਸਾਹਿਬ ਨੂੰ ਕਾਨੂੰਨੀ ਨੁਕਤੇ ਵੀ ਪਤਾ ਤੇ ਉਸ ਤੋਂ ਇਲਾਵਾ ਸਿਆਸੀ ਨੁਕਤੇ ਵੀ ਪਤਾ। ਬਾਠ ਸਾਹਿਬ ਪਰ ਕਾਨੂੰਨੀ ਨੁਕਤੇ ਜ਼ਿਆਦਾ ਗੱਲ ਕਰਨਗੇ। ਬਾਠ ਸਾਹਿਬ ਦਾ ਬੜਾ ਲੰਬਾ ਤਜਰਬਾ। ਬਾਠ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਲੋਕੇਸ਼ ਨਾਰੰਗ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਲੋਕੇਸ਼ ਨਾਰੰਗ ਤੁਹਾਡਾ ਬਹੁਤ ਸਵਾਗਤ ਹੈ। ਕੇਂਦਰ ਸਰਕਾਰ ਦਾ ਪੱਖ ਰੱਖਣਗੇ। ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਬੁਲਾ ਰਿਹਾ। ਕਰਨੈਲ ਸਿੰਘ ਪੀਰ ਮੁਹੰਮਦ ਨੇ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਪਿੱਛੇ ਜੁਆਇਨ ਕੀਤੀ ਹੈ, ਪਰ ਇਸ ਤੋਂ ਪਹਿਲਾਂ ਲਗਾਤਾਰ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਤੇ ਬੋਲਦੇ ਰਹੇ। ਕਰਨੈਲ ਸਿੰਘ ਪੀਰ ਮੁਹੰਮਦ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਹੁਣੇ ਪਤਾ ਨਹੀਂ ਕਾਂਗਰਸ ਵੱਲੋਂ ਬੋਲਣਗੇ ਕਿ ਜਾਂ ਬਿੱਟੂ ਸਾਹਿਬ ਦਾ ਪੱਖ ਰੱਖਣਗੇ, ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂ। ਖੜਿਆਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅੱਜ ਇਸ ਡਿਬੇਟ ਵਿੱਚ 3 ਵਕੀਲ ਬੈਠੇ ਆ, 2 ਪਾਰਟੀਆਂ ਦੀ ਵਕਾਲਤ ਕਰਨ ਲਈ ਬੈਠੇ ਆ ਤੇ ਇੱਕ ਅਸੀਂ ਖਾਸ ਤੌਰ ਤੇ ਵਕੀਲ ਸਾਹਿਬ ਨੂੰ ਸੱਦਿਆ ਮਿਸਟਰ ਬਾਠ ਨੂੰ। ਸਭ ਤੋਂ ਪਹਿਲਾ ਸਵਾਲ ਮਿਸਟਰ ਖੜਿਆਲ ਤੁਹਾਨੂੰ ਕਰਨਾ ਚਾਹਾਂਗਾ। ਮਿਸਟਰ ਖੜਿਆਲ, ਰਮਨੀਤ ਸਿੰਘ ਬਿੱਟੂ ਜਿਹੜਾ ਪੱਖ ਰੱਖਦੇ ਆ, ਰਮਨੀਤ ਸਿੰਘ ਬਿੱਟੂ ਦੇ ਪੱਖ ਨੂੰ ਕਾਂਗਰਸ ਵੀ ਬੈਕ ਨਹੀਂ ਕਰਦੀ, ਵਜ੍ਹਾ ਕੀ ਹੈ? ਨਹੀਂ, ਗਲਤ ਬਿਲਕੁਲ ਬੈਕ ਕਰਦੀ ਹੈ। ਮੈਂ ਬੈਕ ਕਰ ਰਿਹਾ, ਸਾਰੀ ਕਾਂਗਰਸ ਪਾਰਟੀ ਕਰਦੀ ਤੇ ਕਰਦੀ ਆਈ ਹੈ। ਪਹਿਲਾਂ ਕੈਪਟਨ ਸਾਹਿਬ ਨੇ ਵੀ ਕੀਤਾ, ਸਾਡੇ ਜਿੰਨੇ ਲੀਡਰ ਸੀਗੇ ਉਹਨਾਂ ਨੇ ਕੀਤਾ। ਨਾਲ ਮੈਂ ਇੱਕ ਚੀਜ਼ ਸਪਸ਼ਟ ਕਰਦਾ, ਇੱਥੇ ਸਿਰਫ ਗੱਲ ਇੱਕ ਸਪੈਸੀਫਿਕ ਵਿਅਕਤੀ ਦੀ ਨਹੀਂ, ਇੱਥੇ ਗੱਲ ਸਹੀ ਤੇ ਗਲਤ ਦੀ ਹੈ, ਕਾਨੂੰਨ ਦੀ ਹੈ। ਉਹਨਾਂ ਦੀ ਥਾਂ ਕੋਈ ਵੀ ਬੰਦਾ ਹੁੰਦਾ ਜਿਹਨੇ 17 ਲੋਕਾਂ ਨੂੰ ਬੰਬ ਲਾ ਕੇ ਮਾਰਿਆ ਹੁੰਦਾ, ਸਟਾਂਸ ਇਹੀ ਹੁੰਦੀ ਤੇ ਹੁਣੇ ਵੀ ਇਹੀ ਚਾਹੀਦੀ ਹੈ। ਤੇ ਮੈਂ 2-3 ਚੀਜ਼ਾਂ ਸਪਸ਼ਟ ਕਰਦਾ। ਮੈਂ ਤੁਹਾਡਾ ਸਪਸ਼ਟੀਕਰਨ ਲੈਣ ਤੋਂ ਪਹਿਲਾਂ ਇੱਕ ਸਵਾਲ ਕਰਨਾ ਸਾਰੇ ਮਹਿਮਾਨਾਂ ਨੂੰ, ਤੁਹਾਨੂੰ ਵਿੱਚ। ਬਲਵੰਤ ਸਿੰਘ ਰਾਜੋਆਣਾ ਜਿਹੜੇ ਕੇਸਾਂ ਦੇ ਵਿੱਚ ਅੰਦਰ ਹੈ, ਜਿੰਨੇ ਮਰਡਰ ਕੀਤੇ ਆ, ਜੋ ਉਹਨਾਂ ਦੇ ਧਾਰਾਵਾਂ ਲਾਈਆਂ ਗਈਆਂ, ਉਹ ਸਜ਼ਾ ਪੂਰੀ ਹੋ ਚੁੱਕੀ ਨਹੀਂ ਹੋ ਚੁੱਕੀ? ਹਾਂ ਜਾਂ ਨਾ ਜਵਾਬ ਦੇ ਦਿਓ। ਨਹੀਂ ਹੋਈ। ਨਹੀਂ ਹੋਈ। ਅੱਛਾ, ਕਰਨਾ ਸੀ ਵੀਰ ਮੁਹੰਮਦ, ਮੈਂ ਆਰੇ ਵਾਪਸ ਆਉਂਗਾ ਇੱਕ ਜਵਾਬ ਲੈਣ ਦੋ, ਉਸ ਤੋਂ ਬਾਅਦ ਸਪਸ਼ਟੀਕਰਨ ਲਊਂਗਾ। ਮੈਂ ਆਉਂਗਾ ਪਲੀਜ਼ ਆਉਂਗਾ। ਕਰਨਾ ਸੀ ਵੀਰ ਮੁਹੰਮਦ, ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਕਿ ਨਹੀਂ ਕਾਨੂੰਨੀ ਤੌਰ ਤੇ? ਕੱਲੇ ਬਲਵੰਤ ਸਿੰਘ ਰਾਜੋਆਣਾ ਦੀ ਨਹੀਂ, ਬਹੁਤ ਸਾਰੇ ਹੋਰ ਬੰਦੀ ਸਿੰਘ ਨੇ ਜਿਨ੍ਹਾਂ ਚ ਭਾਈ ਜਗਤਾਰ ਸਿੰਘ ਬਾਕੀਆਂ ਤੇ ਆ ਜਾਊਂਗਾ ਸਰ, ਬਾਕੀਆਂ ਤੇ ਆ ਜਾਊਂਗਾ ਪੀਰ ਮੁਹੰਮਦ ਸਾਹਿਬ, ਬਾਕੀਆਂ ਤੇ ਆ ਜਾਊਂਗਾ ਸਰ। ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਪੂਰੀ ਹੋ ਚੁੱਕੀ ਹੈ? ਬਿਲਕੁਲ ਸਜ਼ਾ ਪੂਰੀ ਹੋ ਚੁੱਕੀ ਹੈ। ਸਿਰਫ ਗੱਲ ਇਹ ਆ, ਠੀਕ, ਮੈਂ ਆ ਰਿਹਾ ਅਗਲਾ ਸਪਸ਼ਟੀਕਰਨ ਲਊਂਗਾ ਸਰ ਮੈਂ। ਲੋਕੇਸ਼ ਨਾਰੰਗ ਸਾਹਿਬ, ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਕਾਨੂੰਨੀ ਤੌਰ ਤੇ ਜਾਂ ਨਹੀਂ? ਦੇਖੋ ਸਰ, ਉਹਦੀ ਮਰਸੀ ਪਟੀਸ਼ਨ ਜਿਹੜੀ ਸਾਰੀਆਂ ਨੇ ਦੈਟ ਹੈਜ਼ ਬੀਨ ਰਿਜੈਕਟਡ। और जो सजा पूरी हो चुकी है कानून मुताबिक उन्होंने छड़ देना सीगा। जो कानून नहीं इजाजत दे रहा तो इसे करके उधर ने सर कानून इजाजत नहीं दे रहा या सियासी इच्छा शक्ति इजाजत नहीं दे रही? केपी जी इत्थे सियासी इच्छा शक्ति नहीं आ। जो किसी बंदे नूं जो कोई लिमिटेड या कुछ भी प्रिस्क्राइब्ड कन्विक्शन हुई आ, जो कन्विक्शन पूरी हो गई आ तो जो जेल अथॉरिटीज नूं छड्डना पेगा। ठीक। बाठ साहब, कानूनी तौर पर बलवंत सिंह राजोआणा नूं हजे अंदर रहना चाहिए या बाहर होना चाहिए? देखो केपी जी दो सवाल जो ना तुहाडा 2 हिस्सों के विच है। पहली ये है कि सजा पूरी हो चुकी कि नहीं हो चुकी। कानूनी तौर पर जे असी जिहड़ी उन्हां नूं सजा मिली है, जिहड़ी कैपिटल पनिशमेंट है, जे असी उस नूं लईए तां नहीं पूरी हुई। दूसरा इहदा जिहड़ा दूसरे हिस्से जवाब है, जिहड़ा सुप्रीम कोर्ट ने जिहड़ा वा वो बहुत सारे केसां दे विच दविंदरपाल सिंह भुल्लर दे केस दे विच ते होर कई केसां दे विच किहा कि जिथे इनऑर्डिनेट डिले असाधारण देरी है और जिहदे विच जिहड़ा कन्विक्ट है उहदा कोई कसूर नहीं, उहनूं तुसीं जिहड़ी एट्रीब्यूट नहीं कर सकदे तां ओह जिहड़ी सज़ा वा ओह इलीगल बन जांदी है। जे असीं गो बाय दी जजमेंट ऑफ द सुप्रीम कोर्ट then the death sentence already become illegal। उन्हां दी मर्सी पिटीशन जिहड़ी पेंडिंग है
ਦੇਖੋ ਕਾਨੂੰਨ ਸਾਡਾ ਹੈ ਵੀ ਕਿਉਂ ਨਹੀਂ ਡਿਸਾਈਡ ਕਰ ਰਹੇ ਤੁਸੀਂ ਵੀ ਇਹ ਜਿਹੜਾ ਟਾਈਮ ਬਾਉਂਡ ਹੋਣਾ ਚਾਹੀਦਾ। ਇੱਕ ਬੰਦਾ 26 ਸਾਲ ਦੇ ਵਿੱਚ ਜਿਹੜਾ ਵਾ ਜੇਲ੍ਹ ਤੋਂ ਬੈਠਾ, ਤੁਸੀਂ ਕਿਉਂ ਨਹੀਂ ਡਿਸਾਈਡ ਕਰਦੇ? ਜੇ ਅਸੀਂ ਇਹਨਾਂ ਦੋਵਾਂ ਨੂੰ ਦੇਖਾਂਗੇ ਤਾਂ ਇੱਕ ਸਵਾਲ ਦਾ ਜਵਾਬ ਜਿਹੜਾ ਵਾ ਦੂਜੇ ਸਵਾਲ ਦੇ ਨਾਲ ਜੁੜਿਆ ਹੋਇਆ ਵਾ। ਬਾਠ ਸਾਹਿਬ ਇੱਕ ਸਪਸ਼ਟ ਕਰ ਦਿਓ ਸਰ, ਇਹ ਅੜਿੱਕਾ ਕਾਨੂੰਨੀ ਤੌਰ ਤੇ ਵੀ ਹੈ ਤੇ ਸਿਆਸੀ ਤੌਰ ਤੇ ਵੀ ਹੈ, ਜਾਂ ਕੱਲਾ ਸਿਆਸੀ ਤੌਰ ਤੇ ਕਾਨੂੰਨੀ ਤੌਰ ਤੇ ਘੱਟ ਹੈ? ਨਹੀਂ, ਮੈਂ ਬਿਲਕੁਲ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਜਿਹੜਾ ਵਾ ਕਾਨੂੰਨੀ ਤੌਰ ਦੇ ਉੱਤੇ ਕੋਈ ਨਹੀਂ ਹੈ, ਕਿਉਂਕਿ ਸੁਪਰੀਮ ਕੋਰਟ ਬਾਰ-ਬਾਰ ਕਹਿ ਰਹੀ ਹੈ ਕਿ ਡਿਸਾਈਡ। ਹੁਣ ਲਾਸਟ ਉਹਨਾਂ ਚਾਂਸ ਦਿੱਤਾ ਵਾ ਕਿ 30 ਅਪ੍ਰੈਲ ਤੱਕ ਡਿਸਾਈਡ ਕਰੋ। ਹੁਣ ਉਹ ਚਾਹੁੰਦੇ ਆ ਕਿ ਸੁਪਰੀਮ ਕੋਰਟ ਜਿਹੜੀ ਆ ਮਾਫ ਕਰ ਦੇ। ਸੁਪਰੀਮ ਕੋਰਟ ਨੇ ਰਿਪੀਟਡਲੀ ਜਿਹੜੀਆਂ ਪਟੀਸ਼ਨਾਂ ਸੀ ਉਹ ਰਿਜੈਕਟ ਕੀਤੀਆਂ ਹੋਈਆਂ। ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਹੈ ਉਹ ਸਟੈਂਡ ਕਰਦਾ। ਹੁਣ ਜਿਹੜੀ ਬਾਲ ਹੈ ਉਹ ਕੋਡੀਆਰ ਦੇ ਵਿੱਚ ਹੈ ਸਰਕਾਰ ਦੀ। ਰਾਸ਼ਟਰਪਤੀ ਜਿਹੜਾ ਅਸੀਂ ਕਹਿੰਦੇ ਆ ਨਾ, ਰਾਸ਼ਟਰਪਤੀ ਇਜ਼ ਫॉर द ਸੇਕ ਆਫ ਰਾਸ਼ਟਰਪਤੀ, ਉਹਦੀ ਜਿਹੜੀ ਬਾਰਿਸ਼ ਹੋਣੀ ਹੈ ਉਹ ਸਰਕਾਰ ਨੇ ਆਪਣੀ ਰਿਕਮੈਂਡ ਕਰਕੇ ਭੇਜਣਾ ਕਿ ਠੀਕ ਹੈ, ਇਹ ਹਾਲਤਾਂ ਦੇ ਵਿੱਚ ਇਸ ਕਨਵਿਕਟ ਦੀ ਤੁਸੀਂ ਜਿਹੜੀ ਆ ਫਾਂਸੀ ਦੀ ਸਜ਼ਾ ਨੂੰ ਮਾਫ ਕਰਕੇ ਉਹਦੀ ਉਮਰ ਕੈਦ, ਜਿਹੜੀ ਸੈਕੰਡ ਆਪਸ਼ਨ ਜਿਹੜੀ ਉਮਰ ਕੈਦ ਆ, ਜੇ ਉਮਰ ਕੈਦ ਆ ਤਾਂ ਆਲਰੇਡੀ 26 ਸਾਲ ਕੱਟ ਲਿਆ, ਉਸ ਤੋਂ ਬਾਅਦ 14 ਸਾਲ ਤੋਂ ਬਾਅਦ ਹੀ ਇਜ਼ ਐਂਟਾਈਟਲਡ ਫॉर ਪ੍ਰੀਮੈਚੁਰ ਰਿਲੀਜ਼। ਠੀਕ ਹੈ। ਅਸ਼ਵਨੀ ਖੜਿਆਲ, ਹੁਣ ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ ਹੋ, ਮੇਰਾ ਸਵਾਲ ਵੀ ਨਾ ਲੈ ਲਓ। ਮਿਸਟਰ ਬਿੱਟੂ ਕੀ ਇਹ ਕਾਨੂੰਨੀ ਨੁਕਤੇ ਦੇ ਵਿੱਚ ਅੜਿੱਕਾ ਬਣਨਾ ਚਾਹ ਰਹੇ ਆ? ਨੰਬਰ 1 ਬਿਲਕੁਲ ਨਹੀਂ ਅੜਨਾ ਚਾਹ ਰਹੇ ਜਾਂ ਕੋਈ ਇੰਪੈਡੀਮੈਂਟ ਕ੍ਰੀਏਟ ਕਰਨਾ ਚਾਹ ਰਹੇ। ਤੇ ਮੈਂ ਇੱਕ ਦੱਸਦਾ ਰਿਐਲਿਟੀ ਕੀ ਹੈ। ਦੇਖੋ ਕੇਪੀਜੀ, ਨੰਬਰ 1 ਜਦੋਂ ਰਿਹਾ ਕਰਨਾ ਹੁੰਦਾ ਨਾ, ਕੁਝ ਪੈਰਾਮੀਟਰਸ ਕੰਸੀਡਰ ਹੁੰਦੇ ਹੈ ਬਾਈ ਦਾ ਕੋਰਟ, ਤੇ ਇੱਕ ਕਾਰਨ ਹੈ ਕਿ ਉਹਨਾਂ ਦੀ ਮਰਸੀ ਪਟੀਸ਼ਨਸ ਕਿਉਂ ਰਿਜੈਕਟ ਹੋਈਆਂ। ਨੰਬਰ 1 ਕਿ ਉਹਨਾਂ ਨੇ ਆਫੈਂਸ ਕੀ ਕਮਿਟ ਕੀਤਾ ਹੈ। ਜਿਹੜਾ ਉਹਨਾਂ ਨੇ ਕਮਿਟ ਕੀਤਾ, ਇਟਸ ਅ ਵੈਰੀ ਵੈਰੀ ਸੀਰੀਅਸ ਆਫੈਂਸ। 17 ਬੰਦੇ ਮਾਰਨਾ ਬੰਬ ਨਾਲੇ ਹੋਰ ਆਫੈਂਸ ਕਰਨਾ ਇਜ਼ ਨਾਟ ਅ ਸਮਾਲ ਥਿੰਗ। ਇਹ ਰੇਅਰੈਸਟ ਆਫ ਰੇਅਰ ਦੇ ਵਿੱਚ ਫਾਲ ਕਰਦਾ ਹੈ। ਇੰਟੈਂਸ਼ਨ ਵੀ ਸੀ, ਮੋਟਿਵ ਵੀ ਸੀ। ਦੂਜਾ, ਉਹਨਾਂ ਦਾ ਰੋਲ ਕੀ ਆ ਉਹਦੇ ਵਿੱਚ, ਹੀ ਇਜ਼ ਵਨ ਆਫ ਦ ਮੇਨ ਅਕਿਊਜ਼ਡ। ਤੀਜਾ, ਕਿ ਜੇ ਉਹ ਬਾਹਰ ਆ ਜਾਂਦੇ ਆ ਉਹ ਥ੍ਰੈਟ ਤਾਂ ਨਹੀਂ ਹੋਣਗੇ ਸੁਸਾਇਟੀ ਨੂੰ? ਆਈ ਥਿੰਕ ਐਵਰੀਬਾਡੀ ਨੋਜ਼ ਦੀ ਆਨਸਰ ਟੂ ਦੈਟ। ਚੌਥਾ, KPG ਭਾਗੀਰਥ ਐਂਡ ਅਦਰਸ ਵਰਸਸ ਦਿੱਲੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਚੀਜ਼ ਕਿਹਾ ਕਿ 14 ਸਾਲ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਮਿਨੀਮਮ ਹੋ ਸਕਦੇ ਹੈ, ਲੇਕਿਨ ਮੈਕਸਿਮਮ ਸਾਰੀ ਉਮਰ ਉਹਨੂੰ ਕੱਢਣੀ ਪੈ ਸਕਦੀ ਹੈ। ਇਹਦੇ ਵਿੱਚ ਗਲਤ ਕੁਝ ਨਹੀਂ ਹੋਊਗਾ। ਤੀਜਾ, ਹੁਣ ਸੁਖਬੀਰ ਬਾਦਲ ਸਾਹਿਬ ਕੋਰਟ ਨੂੰ ਵੀ ਕਹਿ ਰਹੇ ਹੈ, ਸੌਰੀ ਸੈਂਟਰ ਨੂੰ, ਤੁਸੀਂ ਇਹਨਾਂ ਨੂੰ ਆਪਣਾ ਰਿਹਾ ਕਰੋ। ਉਹਨਾਂ ਨੂੰ ਜਿਹੜੇ ਮੇਰੇ ਫੈਲੋ ਪੈਨਲਿਸਟ ਕਹਿਣਗੇ ਵੀ 26 ਸਾਲ ਜ਼ਿਆਦਾ ਹੋ ਗਏ, ਜ਼ਿਆਦਾ ਨਹੀਂ ਹੋਏ। ਉਹਨਾਂ ਨੂੰ ਡੈਥ ਪੈਨਲਟੀ ਅਵਾਰਡ ਹੋਈ ਸੀਗੀ, ਸਜ਼ਾਏ ਮੌਤ ਉਹ ਆਲਰੇਡੀ ਕਮਿਊਟ ਹੋ ਚੁੱਕੀ ਹੈ, ਉਹਨਾਂ ਨੂੰ ਘਟਾ ਦਿੱਤਾ ਗਿਆ ਹੈ। ਤੁਸੀਂ ਕਹਿੰਦੇ ਹੋ ਕਿ 17 ਬੰਦੇ ਵੀ ਮਾਰਤੇ, ਡੈਥ ਪੈਨਲਟੀ ਵੀ ਮਾਫ ਕਰਤੀ, ਹੁਣ ਜੇਲ੍ਹ ਚੋਂ ਵੀ ਬਾਹਰ ਆ ਜਾਣ। ਅੱਛਾ, ਇਹ this would not be justice, this would be injustice। ਦੂਜਾ ਇਹ ਹੈ, KPG ਕਾਈਂਡਲੀ 2 ਸੈਕਿੰਡਸ ਹੋਰ। ਦੂਜਾ ਇਹ ਹੈ ਬੜਾ ਜ਼ਰੂਰੀ ਜਿਹੜਾ ਪੁਆਇੰਟ ਮੈਂ ਦੱਸਣਾ ਚਾਹਣਾ ਕਿ ਉਹਨਾਂ ਨੇ ਜਦੋਂ ਬਾਹਰ ਆਏ ਸੀ ਨਾ ਆਪਣੇ ਫਾਦਰ ਦਾ ਭੋਗ ਅਟੈਂਡ ਕਰਨ ਲਈ, ਅੱਜ ਤੋਂ ਕੁਝ ਟਾਈਮ ਪਹਿਲਾਂ ਜਦੋਂ ਇਲੈਕਸ਼ਨ ਦਾ ਟਾਈਮ ਸੀਗਾ, ਉਦੋਂ ਬਾਹਰ ਆ ਕੇ ਉਹਨਾਂ ਨੇ ਭੋਗ ਤਾਂ ਅਟੈਂਡ ਕੀਤਾ, ਲੇਕਿਨ ਇੱਕ ਪੋਲੀਟੀਕਲ ਸਟੇਟਮੈਂਟ ਦਿੱਤੀ ਵੀ ਕਾਂਗਰਸ ਨੂੰ ਉਹਦੇ ਪਾਪਾ ਕਰਕੇ ਸਜ਼ਾ ਮਿਲਣੀ ਚਾਹੀਦੀ ਹੈ ਤੇ ਵੋਟ ਕਰੋ ਸ਼੍ਰੋਮਣੀ ਅਕਾਲੀ ਦਲ ਲਈ। ਕਾਈਂਡਲੀ 2 ਸੈਕਿੰਡ ਮੈਂ ਕੰਕਲੂਡ ਕਰ ਰਿਹਾ, 5 more seconds। ਮੈਨੂੰ ਇਹ ਦੱਸਣਾ ਜਵਾਨਾ ਸਾਹਿਬ ਤੇ ਸੁਖਬੀਰ ਬਾਦਲ ਸਾਹਿਬ ਵੀ ਕਿਉਂ ਤੁਸੀਂ ਇੱਕ ਦੂਜੇ ਨੂੰ, ਉਹ ਕਹਿ ਰਹੇ ਵੀ ਤੁਹਾਨੂੰ ਵੋਟਾਂ ਮਿਲਣੀਆਂ ਚਾਹੀਦੀਆਂ, ਸੁਖਬੀਰ ਬਾਦਲ ਸਾਹਿਬ ਮੈਡਮ ਬਾਦਲ ਕਹਿ ਰਹੇ ਵੀ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ। ਇਹ ਕੁਇਡ ਪ੍ਰੋ ਕੋਰਟ ਆਪਣਾ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੋਰਸ ਕਿਉਂ ਚੱਲ ਰਿਹਾ? ਠੀਕ। ਕਰਨਾ ਸੇ ਪੀਰ ਅਹਿਮਦ, ਇਹਨਾਂ ਨੇ ਜਿਹੜਾ ਸਵਾਲ ਚੁੱਕਿਆ ਉਹ ਸਵਾਲ ਤੇ ਮੈਂ ਡਿਬੇਟ ਵੀ ਵੱਖਰੀ ਕਰ ਚੁੱਕਿਆ। ਮਿਸਟਰ ਪੀਰ ਅਹਿਮਦ, ਕੀ ਤੁਸੀਂ ਇਹ ਕਾਨੂੰਨੀ ਨੁਕਤਿਆਂ ਦੇ ਵਿੱਚ ਸਿਆਸਤ ਕਰਕੇ ਅੜਿੱਕੇ ਤਾਂ ਨਹੀਂ ਪਾ ਰਹੇ? ਕਰਨਾ ਸੇ ਪੀਰ ਅਹਿਮਦ, ਦੇਖੋ ਇਹ ਸਾਰਾ ਮਸਲਾ ਹੀ ਸਿਆਸੀ ਹੈ। ਜਦੋਂ ਸਰਦਾਰ ਬੇਅੰਤ ਸਿੰਘ ਦਾ ਕਤਲ ਹੋਇਆ ਸੀ ਤਾਂ ਬੇਅੰਤ ਸਿੰਘ ਦੇ ਨਾਲ ਕੋਈ ਬਲਵੰਤ ਸਿੰਘ ਰਾਜੋਆਣੇ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਨਾ ਹਵਾਰਾ ਸਾਹਿਬ ਦੀ ਕੋਈ ਦੁਸ਼ਮਣੀ ਸੀ, ਨਾ ਤਾਰਾ ਸਾਹਿਬ ਦੀ ਦੁਸ਼ਮਣੀ ਸੀ। ਇਹ ਸਾਰੇ ਉਹ ਨੌਜਵਾਨ ਸਨ ਜਿਹੜੇ ਆਪਣੇ ਪੰਜਾਬ ਪੁਲਿਸ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਆਪਣੀਆਂ ਸੇਵਾਵਾਂ ਦੇ ਰਿਹਾ ਸੀ। ਇਸੇ ਤਰ੍ਹਾਂ ਜਿਹੜੇ ਦੂਸਰੇ ਸੀ ਆਪਣੇ ਲਖਵਿੰਦਰ ਸਿੰਘ ਲੱਖਾ, ਸ਼ਮਸ਼ੇਰ ਸਿੰਘ, ਫਿਰ ਭਾਈ ਗੁਰਮੀਤ ਸਿੰਘ, ਆਪਣੇ ਇਹ ਸਾਰੇ ਨੌਜਵਾਨ ਜਿਹੜੇ ਸਨ, ਇਹ ਉਹ ਲਖਵਿੰਦਰ ਸਿੰਘ ਵੀ ਆਪਣੇ ਪੁਲਿਸ ਦੇ ਵਿੱਚ ਡਿਊਟੀ ਦੇ ਰਿਹਾ ਸੀ। ਜਦੋਂ ਇਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਇੱਥੇ ਜਿਹੜਾ ਕੁਝ ਹੋ ਰਿਹਾ ਹੈ ਇੱਕ ਬੜਾ ਹੀ ਯੋਜਨਾਬੱਧ ਢੰਗ ਦੇ ਨਾਲ ਇੱਕ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਜਾ ਰਿਹਾ ਪੰਜਾਬ ਦੀ ਧਰਤੀ ਦੇ ਉੱਤੇ, ਉਹਨਾਂ ਦੇ ਜਜ਼ਬਾਤਾਂ ਨੇ
ਇਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ। ਤਾਂ ਜਜ਼ਬਾਤੀ ਫੈਸਲਿਆਂ ਦੇ ਵਿੱਚ ਹਮੇਸ਼ਾ ਜਿਹੜੀ ਸਰਕਾਰਾਂ ਵੀ ਹੁੰਦੀਆਂ ਨੇ ਤੇ ਜਿਹੜੀਆਂ ਉੱਚ ਅਦਾਲਤਾਂ ਹੁੰਦੀਆਂ ਨੇ ਉਹ ਬਹੁਤ ਕੁਝ ਵਿਚਾਰਦੀਆਂ। ਜਿਵੇਂ ਆਪਣੇ ਐਡਵੋਕੇਟ ਸਾਹਿਬ ਨੇ ਦੱਸੀ ਇਹ ਗੱਲ, ਦੇਖੋ 17 ਲੋਕਾਂ ਦਾ ਕਤਲ ਹੋਇਆ ਹੋਵੇ, ਚਾਹੇ ਆਪਣੇ ਇੱਕ ਦਾ ਹੋਇਆ ਹੋਵੇ, ਬਹੁਤ ਮਾੜੀ ਮੰਦਭਾਗੀ ਘਟਨਾ ਸੀ ਕਿ ਜਿਹੜੇ ਲੋਕ ਇਨੋਸੈਂਟ ਮਾਰੇ ਗਏ। ਲੇਕਿਨ ਗੱਲ ਇਹ ਆ ਕਿ ਜਿਸ ਕਰਕੇ ਇਹ ਸਾਰਾ ਘਟਨਾਕ੍ਰਮ ਵਾਪਰਿਆ ਉਹ ਇੱਕ ਪੋਲੀਟੀਕਲ ਸਿਨੈਰੀਓ ਇਸ ਤਰ੍ਹਾਂ ਦਾ ਬਣ ਚੁੱਕਾ ਸੀ ਪੰਜਾਬ ਦੀ ਧਰਤੀ ਦੇ ਉੱਤੇ। ਬੜਾ ਉਸ ਵੇਲੇ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ। ਤਾਂ ਉਸ ਦੇ ਵਿੱਚ ਦੋ ਧਾਰਾਵਾਂ ਕੰਮ ਕਰ ਰਹੀਆਂ ਸੀ। ਇੱਕ ਧਾਰਾ ਸੀ ਕਿ ਦੇਖੋ ਜੋ ਸਰਦਾਰ ਬੇਅੰਤ ਸਿੰਘ ਕਰ ਰਹੇ ਹੋ ਬਿਲਕੁਲ ਸਹੀ ਕਰ ਰਹੇ ਆ। ਦੂਸਰੀ ਧਾਰਾ ਸੀ ਕਿ ਜੋ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਜੋ ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀਆਂ ਨੇ ਕੀਤਾ ਉਹ ਬਿਲਕੁਲ ਸਹੀ ਹੈ। ਉਹ ਜਿਹੜੀਆਂ ਦੋਵੇਂ ਧਾਰਾਵਾਂ ਨੇ ਉਹ ਹਮੇਸ਼ਾ ਇਤਿਹਾਸ ਦੇ ਵਿੱਚ ਟਕਰਾਉਂਦੀਆਂ ਰਹਿਣਗੀਆਂ। ਹੁਣ ਗੱਲ ਆ ਜਾਂਦੀ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਫੈਸਲੇ ਜਿਹੜੇ ਆ ਕਾਨੂੰਨ ਜਿਹੜਾ ਹੈ ਉਹ ਪੋਲੀਟੀਕਲ ਆਪਣੇ ਪਾਸੇ ਸੱਟ ਦਿੰਦਾ। ਜਿਵੇਂ ਹੁਣ ਉੱਚ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਫੈਸਲਾ ਕਰੇ, ਕਿਉਂਕਿ ਜਿਹੜੇ ਸਰਦਾਰ ਬਲਵੰਤ ਸਿੰਘ ਰਾਜੋਆਣਾ ਨੇ ਉਹਨਾਂ ਨੇ ਇੱਕ ਦਿਨ ਵੀ ਨਹੀਂ ਕਿਹਾ ਕਿ ਮੇਰੀ ਸਜ਼ਾ ਮਾਫ ਹੋਵੇ। ਉਹਨਾਂ ਇੱਕ ਦਿਨ ਵੀ ਨਹੀਂ ਕਿਹਾ ਕਿ ਲੈ ਵੀ ਮੈਨੂੰ ਫਾਂਸੀ ਨਾ ਲੱਗੇ। ਉਹ ਕਹਿੰਦੇ ਕਿ ਮੇਰਾ ਕਿਉਂ ਟਾਈਮ ਖਰਾਬ ਕਰ ਰਹੇ ਹੋ, ਮੈਨੂੰ ਜੇ ਫਾਂਸੀ ਦੀ ਸਜ਼ਾ ਲੱਗੀ ਹੈ ਤਾਂ ਮੈਂ ਤਾਂ ਕੋਈ ਅਪੀਲ ਨਹੀਂ ਕਰਨੀ ਚਾਹੁੰਦਾ, ਕੋਈ ਦਲੀਲ ਨਹੀਂ ਦੇਣੀ ਚਾਹੁੰਦਾ। ਅਦਾਲਤ ਦੇ ਵਿੱਚ ਉਹਨਾਂ ਨੇ ਆਪਣਾ ਕਬਾਲੀਆ ਜ਼ੁਲਮ ਮੰਨਿਆ ਹੋਇਆ। ਮੈਂ ਜੁਰਮ ਜਿਹੜਾ ਆਪਣੇ ਨੂੰ ਉਹਨੂੰ ਪ੍ਰਵਾਨ ਕੀਤਾ ਹੋਇਆ। ਉਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਹੈ ਉਹ ਜਿੱਥੇ ਇੱਕ ਰਾਜਸੀ ਪਾਰਟੀ ਹੈ ਉੱਥੇ ਨਾਲ ਦੀ ਨਾਲ ਧਾਰਮਿਕ ਤੌਰ ਦੇ ਉੱਤੇ ਜਿਹੜੀਆਂ ਕੌਮ ਦੇ ਨਾਲ ਸੰਬੰਧਿਤ ਗੱਲਾਂ ਹੁੰਦੀਆਂ ਉਹਨਾਂ ਦੀ ਤਰਜਮਾਨੀ ਕਰਦੀ ਰਹੀ ਹੈ। ਤਾਂ ਇਹ ਜਿਹੜਾ ਇੱਕ ਚਿੱਠੀ ਪੱਤਰ ਹੋਇਆ ਹੈ ਜਿਹਦੇ ਵਿੱਚ ਉੱਚ ਅਦਾਲਤ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਫੈਸਲਾ ਲਵੇ, ਤਾਂ ਉਸ ਤੋਂ ਪਹਿਲਾਂ ਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕੋਈ ਲੈਟਰ ਲਿਖੀ ਹੈ ਤਾਂ ਕੋਈ ਗੁਨਾਹ ਨਹੀਂ ਕੀਤਾ। ਚਲੋ ਮੈਂ ਵਾਪਸ ਆ ਰਿਹਾ ਸਰ, ਮੈਂ ਛੋਟਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੇ ਮਾਮਲੇ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ, ਕਿਉਂਕਿ ਜਦੋਂ ਰਾਜਨੀਤੀ ਹੁੰਦੀ ਹੈ ਨਾ ਮੁੱਦਿਆਂ ਤੇ ਰਾਜਨੀਤੀ ਇਸ ਨੂੰ ਕਿਤੇ ਇਸ ਦਿਸ਼ਾ ਨੂੰ ਭਟਕਾ ਤਾਂ ਨਹੀਂ ਦਿੰਦੀ। ਸਾਡਾ ਸਵਾਲ ਇਹ ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਬੇਅੰਤ ਸਿੰਘ ਕਤਲकांड 'ਚ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਤੇ ਕੀ ਚਾਹੁੰਦੀ ਹੈ ਰਾਜਨੀਤੀ। ਬਾਠ ਸਾਹਿਬ ਇੱਕ ਥੋੜਾ ਜਿਹਾ ਮੈਨੂੰ ਨੁਕਤਾ ਸਾਫ਼ ਕਰ ਦਿਓ। ਬਾਠ ਸਾਹਿਬ ਜੋ ਕੇਂਦਰ ਸਰਕਾਰ ਨੂੰ ਫੈਸਲਾ ਲੈਣ ਲਈ ਕਿਹਾ ਗਿਆ, ਜੇ ਕੇਂਦਰ ਸਰਕਾਰ ਫੈਸਲਾ ਨਹੀਂ ਲੈਂਦੀ ਤਾਂ ਅਦਾਲਤ ਵਿੱਚ ਪੇਸ਼ ਹੋ ਕੇ ਜਵਾਬ ਦੇਣਾ ਪਊਗਾ। ਬਾਠ ਸਾਹਿਬ ਇਹ ਪ੍ਰੈਸ਼ਰ ਬਿਲਡਿੰਗ ਟੈਕਟਿਕਸ ਅਸੀਂ ਮੰਨੀਏ ਇਹ ਪੋਲੀਟੀਕਲ ਪਾਰਟੀਆਂ ਦੀ, ਜਾਂ ਇਸ ਨੂੰ ਤੁਸੀਂ ਸਿਰਫ ਇਹ ਦੇਖਣਾ ਚਾਹ ਰਹੇ ਹੋ ਕਿ ਕੇਂਦਰ ਸਰਕਾਰ ਆਪਦੇ ਆਪ ਕੋਈ ਫੈਸਲਾ ਲਊਗੀ ਜਾਂ ਕੇਂਦਰ ਸਰਕਾਰ ਆਪਦੇ ਉੱਥੇ ਨੁਮਾਇੰਦੇ ਨੂੰ ਪੇਸ਼ ਕਰੂਗੀ? ਦੇਖੋ ਕੇਪੀ ਸਿੰਘ ਜੀ, ਮੈਂ ਜ਼ਿਆਦਾ ਸਿਆਸਤ ਦੇ ਬਾਰੇ ਤਾਂ ਨਹੀਂ ਬੋਲਦਾ ਹੈ ਕਿਉਂਕਿ ਸਾਰੇ ਜਿਹੜੇ ਸਿਆਸੀ ਦੋਸਤ ਨੇ ਬੜੇ ਲਰਨਡ ਆਦਮੀ ਨੇ ਉਹ ਆਪਣੀ ਆਪਣੀ ਗੱਲ ਜਿਹੜੀ ਉਹ ਕਰ ਰਹੇ ਨੇ। ਮੈਂ ਤਾਂ ਸਿਰਫ ਇੱਥੋਂ ਤੱਕ ਹੀ ਕਰਨਾ ਕਿ ਕੋਈ ਵੀ ਚੀਜ਼ ਜਿਹੜੀ ਹੈ ਨਾ, ਕੋਈ ਵੀ ਜੋ ਪੋਲੀਟੀਕਲ ਪਾਰਟੀ ਕੋਈ ਆਪਣੀ ਸਟੈਂਡ ਲੈਂਦੀ ਆ ਤਾਂ ਉਹ ਸਿਆਸਤ ਤੋਂ ਬਾਹਰ ਨਹੀਂ ਹੁੰਦਾ। ਆਪਣੇ ਜਿਹੜੀ ਵੀ ਪਾਰਟੀ ਦੀ ਜਿਹੜੀ ਸਿਆਸਤ ਹੈ ਉਹਦੇ ਨਾਲ ਜਿਹੜਾ ਵਾ ਕਲੋਜ਼ਲੀ ਰਿਲੇਟਡ ਹੁੰਦੀ, ਉਹਦੇ ਨਾਲ ਜਿਹੜੀ ਆ ਉਹ ਜੁੜੀ ਹੋਈ ਹੁੰਦੀ ਹੈ। ਚਾਹੇ ਉਸ ਤੋਂ ਜਿਹੜਾ ਵਾ ਇਸ ਪਾਸੇ ਵੱਲ ਨੂੰ ਲਾਹਾ ਲੈਣਾ ਹੋਵੇ, ਚਾਹੇ ਦੂਸਰੇ ਪਾਸੇ ਵੱਲ ਨੂੰ ਲਾਹਾ ਲੈਣਾ ਹੋਵੇ। ਮੇਰੇ ਤੋਂ ਪਹਿਲਾਂ ਠੀਕ ਖੰਡਿਆਲ ਜੀ ਨੇ ਕਿਹਾ ਕਿ ਜਦੋਂ ਪਹਿਲਾਂ ਉਹਨਾਂ ਨੂੰ ਕੁਝ ਘੰਟਿਆਂ ਦੀ ਜਿਹੜੀ ਰਾਹ ਦਿੱਤੀ ਸੀ ਤਾਂ ਉਸ ਵੇਲੇ ਆ ਕੇ ਜਿਹੜਾ ਵਾ ਬੜੇ ਜ਼ੋਰ ਸ਼ੋਰ ਦੇ ਨਾਲ ਸਭ ਨੇ ਵੇਖਿਆ ਕਿ ਉਹ ਭਾਸ਼ਣ ਦੇ ਕੇ ਗਏ। ਨਹੀਂ ਬਾਠ ਸਾਹਿਬ ਉਹ ਤਾਂ ਸਭ ਨੇ ਨੋਟ ਕੀਤਾ ਕਿ ਬਲਵੰਤ ਸਿੰਘ ਰਾਜੋਆਣਾ ਨੇ ਭਾਸ਼ਣ ਦਿੱਤਾ। 60 ਮਿੰਟ ਦੀ ਪੈਰੋਲ ਸੀ ਸਰ, 60 ਮਿੰਟ ਦੀ, ਆਪਦੇ ਘਰ ਤੱਕ ਜਾਣ ਨਹੀਂ ਦਿੱਤਾ ਗਿਆ। ਮੇਰਾ ਸੁਣ ਲਓ ਨਾ ਬਾਠ ਸਾਹਿਬ, ਸਵਾਲ ਸੁਣ ਲਓ ਨਾ। 60 ਮਿੰਟ ਦੀ ਪੈਰੋਲ ਸੀ, ਘਰ ਤੱਕ ਜਾਣ ਨਹੀਂ ਦਿੱਤਾ ਗਿਆ। ਜੋ ਬਲਵੰਤ ਸਿੰਘ ਰਾਜੋਆਣਾ ਨੇ ਸਟੇਟਮੈਂਟ ਦਿੱਤੀ ਉਹ ਸਾਰਿਆਂ ਨੇ ਪੜ੍ਹੀ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਪੈਰੋਲ ਮਿਲਦੀ ਹੈ ਕਿੰਨੇ ਦਿਨ ਦੀ, ਉਹ ਮੁੱਦਾ ਕਿਸੇ ਨੇ ਨਹੀਂ ਚੁੱਕਿਆ। ਬਾਠ ਸਾਹਿਬ ਕਿਉਂ? ਮੈਂ ਉਸੇ ਗੱਲ ਤੇ ਆ ਰਿਹਾ ਨਾ ਜੀ, ਮੈਂ ਉਸੇ ਗੱਲ ਤੇ ਆ ਗਿਆ ਵੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਉਹਨਾਂ ਨੇ ਆ ਕੇ ਇੱਕ ਆਪਣੀ ਇੱਕ ਸਿਆਸੀ ਗੱਲ ਕੀਤੀ ਆ ਤਾਂ ਉਹਨਾਂ ਨੂੰ ਉਸ ਗੱਲ ਦੇ ਲਈ ਸਾਰੀ ਉਮਰ ਜਿਹੜਾ ਵਾ ਉਹ ਜੇਲ੍ਹ ਦੇ ਵਿੱਚ ਸੜਨਾ ਪਏਗਾ। ਜੇ ਉਹਨਾਂ ਦੀ ਜਿਹੜੀ ਹੈ ਉਹ ਕੈਪੀਟਲ ਪਨਿਸ਼ਮੈਂਟ ਨਹੀਂ ਰਹਿੰਦੀ ਹੈ ਤੇ ਪ੍ਰੀ ਮੈਚੁਰ ਜਿਹੜੀ ਆ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਬਣਨੀਆਂ ਚਾਹੀਦੀ। ਵੇਖੋ ਸਿਆਸੀ ਜਿਹੜੀਆਂ ਵਾ ਉਹ ਹਾਲਾਤ ਅਲੱਗ-ਅਲੱਗ ਨੇ। ਹਰ ਇੱਕ ਜਿਹੜੀ ਸਰਕਾਰ ਹੈ ਉਹਦਾ ਆਪਣਾ ਜਿਹੜਾ ਵਾ ਸਟੈਂਡ ਉਹ ਰਹਿੰਦਾ ਤੇ ਉਹਨਾਂ ਸਭ ਨੇ ਵੀ ਜਿਹੜਾ ਵਾ ਆਪਣਾ ਸਟੈਂਡ ਜਿਹੜਾ ਲੈਣਾ। ਪਰ ਇਹਦਾ ਕਰਕੇ ਇਹ ਨਹੀਂ ਹੈ ਜੇ ਉਹਨਾਂ ਦੀ ਜਿਹਨੂੰ ਅਸੀਂ ਜਿਹੜੀ ਆ ਪ੍ਰੀ ਮੈਚੁਰ ਰਿਲੀਜ਼ ਕਹਿੰਦੇ ਆ, ਜੇ ਉਹਨਾਂ ਦੀ ਬਾਹਰ ਆਉਂਦੇ ਨੇ ਤਾਂ ਉਹਦੇ ਨਾਲ ਜਿਹੜੀਆਂ ਵਾ ਕੋਰਟ ਜਾਂ ਜਿਹੜੀ ਕੰਪੀਟੈਂਟ ਅਥਾਰਟੀ ਹੈ, ਸਮਰੱਥ ਅਧਿਕਾਰੀ ਜਿਹੜੇ ਨੇ ਉਹ ਸ਼ਰਤਾਂ ਲਾ ਦਿੰਦੇ ਨੇ ਕਿ ਕੰਡੀਸ਼ਨ 1 2 3 4
ਜੇ ਇਹਨਾਂ ਦੇ ਵਿੱਚੋਂ ਕੰਡੀਸ਼ਨਾਂ ਦੇ ਵਿੱਚੋਂ ਕੋਈ ਵਾਇਲੇਟ ਹੁੰਦੀ ਹੈ ਤਾਂ ਉਹ ਜਿਹੜਾ ਵਾ ਵਾਪਸ ਆ ਸਕਦੇ ਨੇ। ਤੇ ਦੂਸਰੀ ਜਿਹੜੀ ਕਿਹਾ ਸੀ ਕਿ ਸਾਰੀ ਉਮਰ ਜਿਹੜਾ ਵਾ ਜੇਲ੍ਹ ਦੇ ਵਿੱਚ ਹੈ, ਉਹ ਮੈਂ ਥੋੜਾ ਜਿਹਾ ਉਸਨੂੰ ਇਸ ਤਰ੍ਹਾਂ ਕਹਿਣਾ ਕਿ ਅਨਲੈਸ ਕਿ ਫੈਸਲੇ ਦੇ ਵਿੱਚ ਲਿਖਿਆ ਹੋਵੇ ਕਿ ਇਹ ਬੰਦਾ ਜਿਹੜਾ ਵਾ ਇਹ ਸਾਰੀ ਉਮਰ ਜੇਲ੍ਹ ਦੇ ਵਿੱਚ ਰਹੇਗਾ ਟਿਲ ਹਿਸ ਨੈਚੁਰਲ ਡੈਥ, ਉਹਨਾਂ ਚਿਰ ਤੱਕ ਤੁਸੀਂ ਜਿਹੜਾ ਵਾ ਉਸ ਨੂੰ ਸਪੈਸੀਫਿਕਲੀ ਅੰਦਰ ਨਹੀਂ ਰੱਖ ਸਕਦੇ। ਦੈਨ ਜਿਹੜਾ ਵਾ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਸਿਰਫ ਰਾਜੋਆਣਾ ਵਾ, ABCD ਕੋਈ ਜਿਹੜਾ ਵਾ ਹੋਵੇ। ਪ੍ਰਧਾਨ ਮੰਤਰੀ ਦਾ ਵੀ ਜਿਹੜਾ ਵਾ ਉਹ ਕਤਲ ਹੋਇਆ ਸੀ ਰਾਜੀਵ ਗਾਂਧੀ ਦਾ, ਉਹਦੇ ਵੀ ਜਿਹੜੇ ਦੋਸ਼ੀ ਸੀ ਉਹਨਾਂ ਨਾਲ ਵੀ ਜਿਹੜਾ ਵੇਖੋ ਜਿਹੜਾ ਵਾ ਇੱਕ ਸਮੇਂ ਦੇ ਉੱਤੇ ਜਿਹੜਾ ਉਹਨਾਂ ਨੂੰ ਵੀ ਬਾਹਰ ਕੱਢਿਆ ਗਿਆ। ਇਸ ਕਰਕੇ ਭਾਵੇਂ ਕਿੰਨਾ ਵੀ ਹੀਨਸ ਕ੍ਰਾਈਮ ਅਲਟੀਮੇਟ ਸੈਂਟੈਂਸ ਤਾਂ ਕੈਪੀਟਲ ਪਨਿਸ਼ਮੈਂਟ ਹੀ ਹੈ, ਡੈਥ ਸੈਂਟੈਂਸ ਹੀ ਹੈ ਨਾ। ਤੇ ਜੇ ਉਹ ਨਹੀਂ ਰਹਿੰਦੀ ਹੈ ਤਾਂ ਉਹਨਾਂ ਹਾਲਤਾਂ ਦੇ ਵਿੱਚ ਕੁਐਸਚਨ ਹੋਏਗਾ ਕਿ ਤੁਸੀਂ ਜਿਹੜਾ ਕਿੰਨਾ ਚਿਰ ਤੱਕ ਇੱਕ ਬੰਦੇ ਨੂੰ ਜਿਹੜਾ ਅੰਦਰ ਰੱਖੋ। ਠੀਕ। ਲਕੇਸ਼ ਨਾਰੰਗ ਸਾਹਿਬ, ਇਹ ਮਨੁੱਖੀ ਅਧਿਕਾਰਾਂ ਦਾ ਮੁੱਦਾ ਹੈ ਜਾਂ ਨਹੀਂ? ਨਹੀਂ ਸਰ, ਇਹਦੇ ਚ ਕੋਈ ਇਸ ਵੇਲੇ ਮਨੁੱਖੀ ਅਧਿਕਾਰ ਵਾਲਾ ਕੁਐਸਚਨ ਇਨਵੋਲਵ ਨਹੀਂ ਆ। ਸੁਪਰੀਮ ਕੋਰਟ ਚ ਮੈਟਰ ਪੈਂਡਿੰਗ ਆ। ਸੁਪਰੀਮ ਕੋਰਟ ਨੇ ਸੈਂਟਰਲ ਗਵਰਨਮੈਂਟ ਨੂੰ 30 ਤਰੀਕ ਤੱਕ ਇਹਨੂੰ ਡਿਸਾਈਡ ਕਰਨ ਲਈ ਕਿਹਾ, ਔਰ ਜੇ ਨਹੀਂ ਡਿਸਾਈਡ ਕਰਦੇ ਤਾਂ ਉਹਨਾਂ ਨੇ ਜਿਹੜਾ ਸੈਕਟਰੀ ਮਿਨਿਸਟਰੀ ਆਫ ਹੋਮ ਔਰ ਡਾਇਰੈਕਟਰ CBI ਨੂੰ ਕੋਰਟ ਚ ਪਰਸਨਲੀ ਪੇਸ਼ ਹੋਣ ਨੂੰ ਕਿਹਾ ਔਨ ਦੀ ਨੈਕਸਟ ਡੇਟ ਆਫ ਹੀਅਰਿੰਗ। ਤੋਂ ਜਦ ਸੁਪਰੀਮ ਕੋਰਟ ਦੇ ਵਿੱਚ ਮੈਟਰ ਸਬ ਜੁਡਿਸ ਆ ਤਾਂ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਇਸ ਮੁੱਦੇ ਤੇ ਚਿੱਠੀਆਂ ਲਿਖ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਕਾਂਗਰਸ ਪਾਰਟੀ ਆ, ਕਿਉਂਕਿ ਇਹਨਾਂ ਕੋ ਕੋਈ ਇਸ ਵੇਲੇ ਮੁੱਦਾ ਨਹੀਂ ਹੈ। ਨਹੀਂ ਲਕੇਸ਼ ਨਾਰੰਗ ਸਾਹਿਬ, ਤੁਹਾਨੂੰ ਇਹ ਲੱਗਦਾ ਹੈ ਕਿ ਮਿਸਟਰ ਬਿੱਟੂ ਦੀ ਜਾਨ ਨੂੰ ਖਤਰਾ ਹੈ ਜੇ ਬਲਵੰਤ ਸਿੰਘ ਰਾਜੋਆਣਾ ਬਾਹਰ ਆਉਂਦੇ ਆ ਤਾਂ? ਦੇਖੋ ਸਰ, ਇਹ ਮੇਰਾ ਰਿਪਲਾਈ ਇਹਦੇ ਤੇ ਕੁਝ ਨਹੀਂ ਕਰਨਾ ਬਣਦਾ। ਨਹੀਂ, ਉਹ ਕਹਿ ਰਹੇ ਨਾ ਸਰ, ਉਹਨਾਂ ਟਵੀਟ ਹੈ, ਉਹ ਕਹਿ ਰਹੇ ਅੱਤਵਾਦੀ, ਦੇਸ਼ ਦੇ ਸਭ ਤੋਂ ਵੱਡੇ ਅੱਤਵਾਦੀ ਰਿਹਾਈ ਦੀ ਵਾਰ-ਵਾਰ ਮੰਗ ਕਰ ਰਹੇ ਆ ਟਵੀਟ ਪਏ ਉਹਨਾਂ ਦੇ। ਸਰ ਬਿੱਟੂ ਸਾਹਿਬ ਪੋਲੀਟੀਕਲ ਆਦਮੀ ਨੇ, ਪੋਲੀਟੀਕਲ ਸਟੇਟਮੈਂਟ ਦੇ ਸਕਦੇ ਨੇ ਸਰ। ਤੁਸੀਂ ਪੋਲੀਟੀਕਲ ਬੰਦੇ ਹੋ ਸਰ ਲਕੇਸ਼ ਨਾਰੰਗ ਸਾਹਿਬ। ਤਾਂ ਦੇਖੋ, ਮੇਰਾ ਇਸ ਵੇਲੇ ਇਹ ਕਹਿਣਾ ਆ ਕਿ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਦੋਨੇ ਇੱਥੇ ਰਾਜਨੀਤੀ ਕਰ ਰਹੇ, ਜੋ ਕਿ ਇਸ ਵੇਲੇ ਜਦ ਮੈਟਰ ਪੈਂਡਿੰਗ ਆ, ਸਰਕਾਰ ਨੂੰ ਡਾਇਰੈਕਸ਼ਨ ਹੋ ਚੁੱਕੀ ਆ, ਕਾਨੂੰਨ ਦੇ ਅਨੁਸਾਰ ਕੰਮ ਹੋਣਾ ਆ, ਤਾਂ ਇਸ ਵੇਲੇ ਆਪਾਂ ਨੂੰ ਐਸਾ ਹੀ ਲੈਟਰ ਵਾਰ ਚ ਨਹੀਂ ਪੈਣਾ ਚਾਹੀਦਾ। ਠੀਕ ਹੈ ਲਕੇਸ਼ ਨਾਰੰਗ ਸਾਹਿਬ, ਚਰਚਾ ਇਹ ਚੱਲਦੀ ਪਈ ਹੈ ਕਿ ਰਾਜਨੀਤੀ ਤੁਸੀਂ ਕਰਵਾ ਰਹੇ ਹੋ ਕਿ ਦੋਨੋਂ ਪਿੜੀ ਜਾਣ ਆਪਸ ਚ, ਮੁੱਦੇ ਹੋਰ ਗਾਲੀ ਨਾ ਹੋਵੇ ਕੋਈ। ਦੇਖੋ ਸਰ, ਇਹਦੇ ਚ ਫੈਸਲਾ ਤਾਂ ਸੁਪਰੀਮ ਕੋਰਟ ਦਾ, ਆਰਡਰ ਤਾਂ ਸੁਪਰੀਮ ਕੋਰਟ ਦਾ ਆਇਆ। ਇਹਦੇ ਚ ਸਾਡਾ ਤਾਂ ਜਦੋਂ ਕੋਈ ਗੱਲ ਨਾ ਹੋਵੇ ਜੀ, ਕੇਂਦਰ ਦੀ ਸਰਕਾਰ ਆ ਕਰ ਰਹੀ ਆ, ਕੋਈ ਸਟੀਰੀਓਟਾਈਪ ਐਲੀਗੇਸ਼ਨ ਚੱਲਦਾ ਹੀ ਰਹਿੰਦਾ ਜੀ। ਠੀਕ ਹੈ। ਪੀਰ ਮੁਹੰਮਦ ਸਾਹਿਬ, ਜੋ ਸਬ ਜੁਡਿਸ ਮੈਟਰ ਹੈ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੂੰ ਪੇਸ਼ ਹੋਣਾ ਪੈਣਾ ਜੇ ਕੇਂਦਰ ਸਰਕਾਰ ਕੋਈ ਫੈਸਲਾ ਨਹੀਂ ਲੈਂਦੀ। ਇਹਨਾਂ ਦੇ ਜੋ ਮਿਸਟਰ ਨਾਰੰਗ ਨੇ ਦੱਸਿਆ ਕਿਹੜੇ ਬੰਦਿਆਂ ਨੂੰ ਉੱਥੇ ਪੇਸ਼ ਹੋਣਾ ਪੈਣਾ ਨੈਕਸਟ ਹੀਅਰਿੰਗ ਤੇ। ਪੀਰ ਮੁਹੰਮਦ ਸਾਹਿਬ, ਫਿਰ ਆਪਾਂ ਕਿਉਂ ਚਿੱਠੀਆਂ ਲਿਖੀ ਜਾਂਦੇ ਆ? ਲੋੜ ਕੀ ਹੈਗੀ ਆ ਕਿ ਪ੍ਰੈਸ਼ਰ ਬਿਲਡ ਕਰ ਰਹੇ ਹੋ ਸੈਂਟਰ ਤੇ? ਦੇਖੋ, ਚਿੱਠੀ ਲਿਖਣ ਦਾ ਇਹ ਮਨੋਰਥ ਹੈ ਕਿ ਜਿੰਨੇ ਵੀ ਬੰਦੀ ਸਿੰਘ ਜਿਹੜੇ ਆ ਜੇਲ੍ਹਾਂ ਦੇ ਵਿੱਚ ਬੈਠੇ ਨੇ, ਜਿਨ੍ਹਾਂ ਨੇ ਇੰਡੀਆ ਦੇ ਕਾਨੂੰਨ ਅਨੁਸਾਰ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ, ਉਹਨਾਂ ਦੇ ਬਾਰੇ ਦੇ ਵਿੱਚ ਸਰਕਾਰ ਨੂੰ ਜਦੋਂ ਕਾਨੂੰਨ ਏਕੇ ਉਸ ਕਾਨੂੰਨ ਅਨੁਸਾਰ ਕੁਝ ਲੋਕਾਂ ਲਈ ਤੁਸੀਂ ਵੱਖਰੇ ਤੌਰ ਦੇ ਉੱਤੇ ਫੈਸਲੇ ਲੈਂਦੇ ਹੋ, ਕੁਝ ਦੇ ਨਾਲ ਵੱਖਰੇ ਲੈਂਦੇ ਹੋ। ਹੁਣ ਤੁਸੀਂ ਦੇਖੋ, ਕਾਂਗਰਸ ਸਰਕਾਰ ਨੇ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਵੇਖੋ ਕਈ ਇਹਨਾਂ ਦੇ ਅੱਧੇ ਘੱਟ ਨਾਮ ਲੈਂਦੇ ਆ, ਨਫ਼ਰਤ ਭਰੇ ਨਾਮ ਲੈਂਦੇ ਆ। ਮੈਂ ਕਹਿੰਦਾ ਕਿ ਜਿਹੜਾ ਮਨੁੱਖ ਦੁਨੀਆ ਤੋਂ ਜਾ ਚੁੱਕਾ ਉਸ ਨੂੰ ਜਿਹੜਾ ਉਸ ਦਾ ਸ਼ਬਦਾਵਲੀ ਹੈ ਉਹ ਸਾਨੂੰ ਠੀਕ ਰੱਖਣੀ ਚਾਹੀਦੀ ਹੈ, ਚਾਹੇ ਉਹ ਕੋਈ ਵੀ ਹੋਵੇ। ਮੈਂ ਕਦੇ ਵੀ ਕਿਸੇ ਨੂੰ ਤਰਸਕਾਰ ਕੇ ਸ਼ਬਦ ਨਹੀਂ ਬੋਲਾਂਗਾ। ਮੈਂ ਗੱਲ ਕਰਨਾ ਕਿ ਇੰਦਰਾ ਗਾਂਧੀ ਦੀ ਗ੍ਰਿਫਤਾਰੀ ਹੋਈ ਸੀ ਤਾਂ ਉਸ ਵਕਤ ਪਾਂਡੇ ਭਰਾ ਸਨ, ਉਹਨਾਂ ਨੇ ਜਹਾਜ਼ ਗਵਾਹ ਕੀਤਾ ਸੀ, ਤਾਂ ਉਸ ਦੇ ਵਿੱਚ ਇੱਕ ਨੂੰ MLA ਦੀ ਸੀਟ ਦਿੱਤੀ ਗਈ, ਇੱਕ ਨੂੰ ਪਾਰਲੀਮੈਂਟ ਮੈਂਬਰ ਦੀ ਸੀਟ ਕਾਂਗਰਸ ਨੇ ਦਿੱਤੀ, ਔਰ ਦੋਨਾਂ ਨੂੰ ਜਿਤਾ ਕੇ ਇੱਕ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਗਿਆ ਔਰ ਇੱਕ ਨੂੰ ਅਸੈਂਬਲੀ ਦੇ ਵਿੱਚ ਭੇਜਿਆ ਗਿਆ। ਤੁਸੀਂ ਦੇਖੋ ਕਿ ਇੱਕ ਪਾਸੇ ਤਾਂ ਬਿੱਟੂ ਸਾਹਿਬ ਜਿਹੜੇ ਹੈਗੇ ਨੇ ਪੰਜਾਬ ਦੇ ਸਿੱਖ ਨੌਜਵਾਨ, ਉਹਨਾਂ ਨੂੰ ਅੱਤਵਾਦੀ ਗਰਦਾਨਦੇ ਨੇ, ਦੂਜੇ ਪਾਸੇ ਜਿਨ੍ਹਾਂ ਨੇ ਵਾਕਿਆ ਹੀ ਅੱਤਵਾਦ ਵਾਲਾ ਕੰਮ ਕੀਤਾ ਉਹ ਇਹਨਾਂ ਵਾਸਤੇ ਪਾਰਲੀਮੈਂਟ ਮੈਂਬਰ ਵੀ ਬਣ ਗਏ ਤੇ MLA ਵੀ ਬਣ ਗਏ। ਸੋ ਇਹ ਦੋ ਧਾਰੀ ਤਲਵਾਰ ਜਿਹੜੀ ਹੈ ਨਾ, ਇਹ ਨਫ਼ਰਤ ਭਰੇ ਸ਼ਬਦ ਜਿਹੜੇ ਨੇ, ਇਹਨਾਂ ਨੇ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਇਹੋ ਜਿਹੇ ਸ਼ਬਦਾਂ ਦੇ ਲਾਂਛਨ ਲਾ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਦਨਾਮ ਕੀਤਾ। ਦੇਖੋ, ਕਿਸੇ ਦੀ ਕੋਈ ਦੁਸ਼ਮਣੀ ਨਹੀਂ ਸੀ ਨਿੱਜੀ। ਇਹ ਜਿਹੜਾ ਘਟਨਾਕ੍ਰਮ ਵਾਪਰਿਆ ਸੀ, ਚਾਹੇ ਪਹਿਲਾਂ ਦਰਬਾਰ ਸਾਹਿਬ ਤੇ ਹਮਲੇ ਵਕਤ ਜਾਂ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਇਹ ਦੌਰ ਚੱਲਿਆ, ਇਸ ਦੌਰ ਦੇ ਵਿੱਚ ਜਿਹੜੇ ਨੌਜਵਾਨ ਅੰਦਰ ਗਏ ਨੇ, ਉਹਨਾਂ ਬਾਰੇ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਇੱਕ ਖੁੱਲੇ ਮਨ ਦੇ ਨਾਲ
ਇੱਕ ਚੰਗੇ ਫੈਸਲੇ ਲੈਣ ਦਾ ਹੁਣ ਸਮਾਂ ਹੈਗਾ। ਪ੍ਰਧਾਨ ਮੰਤਰੀ ਸਾਹਿਬ ਸਿੱਖ ਲੀਡਰਸ਼ਿਪ ਨੂੰ ਆਏ ਦਿਨ ਬੁਲਾਉਂਦੇ ਰਹਿੰਦੇ ਆ, ਵਿਦਵਾਨਾਂ ਨੂੰ ਬੁਲਾਉਂਦੇ ਰਹਿੰਦੇ ਆ, ਧਾਰਮਿਕ ਵਿਅਕਤੀਆਂ ਨੂੰ ਬੁਲਾਉਂਦੇ ਰਹਿੰਦੇ ਆ, ਔਰ ਉਹਨਾਂ ਨੂੰ ਪੁੱਛਦੇ ਨੇ ਕਿ ਸਿੱਖਾਂ ਦੇ ਮਸਲੇ ਕੀ ਨੇ। ਔਰ ਸਭ ਤੋਂ ਵੱਡਾ ਮਸਲਾ ਹੀ ਸਾਰਾ ਇਹਦੇ ਚ ਭਾਈ ਗੁਰਬਖਸ਼ ਸਿੰਘ ਵਰਗਿਆਂ ਨੇ ਆਪਣੀ ਸ਼ਹਾਦਤ ਦੇ ਦਿੱਤੀ। ਪੀਰਮਾ ਸਾਹਿਬ ਇੱਕ ਚਰਚਾ ਵੀ ਚੱਲਦੀ ਪਈ ਹੈ ਕਿ ਜਿਹੜੇ ਉੱਥੇ ਸਿੱਖ ਨੁਮਾਇੰਦਿਆਂ ਨੂੰ ਸੱਦਿਆ ਜਾ ਰਿਹਾ, ਅਕਾਲੀ ਦਲ ਹੁਣ ਉਦੋਂ ਵੱਧ ਸਕੋਰ ਕਰਨਾ ਚਾਹੁੰਦਾ, ਇਸ ਲਈ ਮੁੱਦੇ ਚੱਕਦਾ ਪਿਆ। ਜੋ ਸਰਕਾਰ ਦੇ ਨਾਲ ਸੀ ਉਦੋਂ ਮੁੱਦੇ ਨਹੀਂ ਚੱਕਦੇ ਸੀ ਤੁਸੀਂ। ਦੇਖੋ, ਸ਼੍ਰੋਮਣੀ ਅਕਾਲੀ ਦਲ ਸਮੇਂ-ਸਮੇਂ ਮੁੱਦਾ ਚੱਕਦਾ ਰਿਹਾ ਤੇ ਬੰਦੀ ਸਿੰਘਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵਾਰ-ਵਾਰ ਗੱਲ ਕਰਦੀ ਰਹੀ ਹੈ। ਅਸੀਂ ਖੁਦ ਮੋਰਚੇ ਲਾ ਕੇ ਉਹਦੇ ਵਿੱਚ ਬੈਠੇ ਰਹੇ ਹਾਂ, ਔਰ ਹੁਣ ਵੀ ਵੇਖੋ ਜਿਹੜੇ ਮੋਰਚੇ ਚੱਲਦੇ ਪਏ ਨੇ ਰਿਹਾਈ ਵਾਸਤੇ, ਰੋਜ਼ ਹੀ ਕਦੀ ਗਵਰਨਰ ਸਾਹਿਬ ਨੂੰ ਮਿਲਦੇ। ਹੁਣ ਵੀ ਇਹ ਮਸਲਾ ਤੁਹਾਨੂੰ ਦੱਸਦੇ ਹਾਂ, ਗਵਰਨਰ ਸਾਹਿਬ ਨੂੰ ਬੀਤੇ ਦਿਨ ਹੀ ਮਿਲੇ ਸੀ ਸਿੰਘ ਇੱਥੇ ਗਵਰਨਰ ਹਾਊਸ ਦੇ ਵਿੱਚ, ਬੰਦੀ ਸਿੰਘ ਰਿਹਾਈ ਮੋਰਚਾ, ਤੇ ਉਹਨਾਂ ਨੇ ਗਵਰਨਰ ਸਾਹਿਬ ਨੇ ਕਿਹਾ ਜੀ ਤੁਸੀਂ ਮੈਨੂੰ ਮਿਲਣ ਦੀ ਬਜਾਏ ਤੁਸੀਂ ਅਕਾਲੀ ਦਲ ਵੱਲੋਂ ਔਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੁਹਾਡੇ ਉਹ ਨੁਮਾਇੰਦਗੀ ਕਰਨ ਵਾਲੇ ਲੋਕ ਨੇ, ਉਹ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲਣ। ਇਸ ਤਰ੍ਹਾਂ ਦੀਆਂ ਜਦੋਂ ਗੱਲਾਂ ਕਿਤੋਂ ਨਾ ਕਿਤੋਂ ਕਲਿਊ ਮਿਲਦਾ ਤਾਂ ਫਿਰ ਗੱਲ ਅੱਗੇ ਚੱਲਦੀ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ, ਫਿਰ ਤੋਂ ਵਾਪਸ ਆਵਾਂਗੇ। ਮਨੁੱਖੀ ਅਧਿਕਾਰਾਂ ਤੋਂ ਸੁਰੱਖਿਆ ਮੁੱਦੇ ਤੱਕ ਸੱਚਾ ਕੌਣ ਹੈਗਾ, ਸਵਾਲ ਇਹੀ ਹੈ, ਕਿਉਂਕਿ ਜਦੋਂ ਸਿਆਸਤ ਹੁੰਦੀ ਹੈ ਉਹਦੇ ਵਿੱਚ ਸੱਚਾ ਝੂਠਾ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਫਿਰ ਇਹ ਸਮਝਣਾ ਪੈਣਾ ਹੈਗਾ। ਤੇ ਵਾਪਸ ਆ ਕੇ ਮੈਂ ਕੋਸ਼ਿਸ਼ ਕਰੂੰਗਾ ਸਮਝਣ ਦੀ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਬੇਅੰਤ ਸਿੰਘ ਕਤਲकांड ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਤੇ ਕੀ ਚਾਹੁੰਦੀ ਹੈ ਰਾਜਨੀਤੀ। ਅਰਸ਼ਪ੍ਰੀਤ ਸਿੰਘ ਖਡਿਆਲ, ਸੁਖਬੀਰ ਸਿੰਘ ਬਾਦਲ, ਅਕਾਲੀ ਦਲ, ਇਹਨਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਤੁਹਾਡੇ ਲੀਡਰ ਡਿਮਾਂਡ ਕਰਦੇ ਪਏ ਆ ਵੀ ਕਿਉਂ ਵਾਰ-ਵਾਰ ਇਹ ਡਿਮਾਂਡ ਚੱਕਦੇ ਆ? ਬਿਲਕੁਲ ਕਿਉਂ ਹੋਣੀ ਚਾਹੀਦੀ? ਮੈਂ ਦੱਸਦਾ, ਸੁਖਬੀਰ ਬਾਦਲ ਸਾਹਿਬ ਨੇ ਪੋਲਿਟਿਸਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਪੋਲਿਟਿਸਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਦੱਸਦਾ ਕੀ ਫਰਕ ਹੈ ਲੈਟਰਸ ਦੇ ਵਿੱਚ। ਉਹਨਾਂ ਨੇ ਡਿਮਾਂਡ ਕੀਤਾ ਵੀ ਉਹਨਾਂ ਨੂੰ ਰਿਹਾ ਕਰੋ, ਉਹਨਾਂ ਦਾ ਜਿਹੜਾ ਸੈਂਟੈਂਸ ਹੈ ਪਾਰਡਨ ਕਰ ਦਿਓ। ਅਸੀਂ ਕਹਿ ਰਹੇ ਹਾਂ, ਜੋ ਅਸੀਂ ਲੈਟਰ ਲਿਖਿਆ ਹੈ, ਵੀ ਸੁਖਬੀਰ ਬਾਦਲ ਸਾਹਿਬ ਇਹਨੇ ਇੰਟਰਸਟਿਡ ਕਿਉਂ ਹੈ, ਉਹਨਾਂ ਦਾ ਕੀ ਸਟੇਕ ਹੈ, ਉਹਨਾਂ ਦਾ ਕੀ ਲੈਣ ਦੇਣ ਹੈ, ਕੀ ਕਾਜ਼ ਆਫ ਐਕਸ਼ਨ ਹੈ, ਜੋ ਲੈਟਰ ਲਿਖ ਰਿਹਾ ਹੈ ਵੀ ਉਹਨਾਂ ਨੂੰ ਰਿਹਾ ਕਰੋ। ਨਾ ਤੁਹਾਡੇ ਰਿਸ਼ਤੇਦਾਰ, ਨਾ ਤੁਹਾਡੀ ਜਾਣ ਪਛਾਣ ਦਾ ਮੈਂ ਕਹਿ ਨਹੀਂ ਸਕਦਾ, ਬੜਾ ਲੱਗਦਾ ਰਿਹਾ, ਲੇਕਿਨ ਹਾਊ ਕੈਨ ਯੂ ਡਿਮਾਂਡ ਇਜ਼ ਇਕੁਇਟਲ। ਦੂਜਾ ਇਹ ਲਿਖ ਵੀ ਸੈਂਟਰ ਨੂੰ ਰਹੇ ਆ, ਇੱਥੋਂ ਪਤਾ ਲੱਗਦਾ ਕਿ ਬੀਜੇਪੀ ਨਾਲ ਇਹ ਅਲਾਇੰਸ ਪਹਿਲਾਂ ਹੋ ਸਕਦਾ ਹਜੇ ਵੀ ਹੋਣ, ਜਾਂ ਹੋ ਸਕਦਾ ਉਹਦੇ ਬੇਸਿਸ ਤੇ ਇਹ ਕੋਈ ਹੈਲਪ ਲੈਣਾ ਚਾਹੁੰਦੇ ਹੋਣ, ਵਿਚ ਇਜ਼ ਅ ਵਾਇਲੇਸ਼ਨ ਆਫ ਸੈਪਰੇਸ਼ਨ ਆਫ ਪਾਵਰਸ। ਸੈਪਰੇਸ਼ਨ ਆਫ ਪਾਵਰਸ ਨੂੰ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਸੈਂਟਰ ਦਾ ਕੰਮ ਕੀ ਹੈ, ਜੁਡੀਸ਼ਰੀ ਦਾ ਕੰਮ ਕੀ ਹੈ, ਐਗਜ਼ੀਕਿਊਟਿਵ ਦਾ ਕੰਮ ਕੀ ਹੈ, ਲੈਜਿਸਲੇਚਰ ਦਾ, ਇਹਨਾਂ ਨੂੰ ਪਤਾ ਹੋਣਾ ਚਾਹੀਦਾ। ਖਡਿਆਲ ਸਾਹਿਬ ਇੱਕ ਚੀਜ਼ ਸਮਝਾਓ ਮੈਨੂੰ, ਖਡਿਆਲ ਸਾਹਿਬ ਇੱਕ ਚੀਜ਼ ਸਮਝਾਓ। ਖਡਿਆਲ ਸਾਹਿਬ, ਜਦੋਂ ਸਬ ਜੁਡੀਸ ਮੈਟਰ ਹੈ ਫਿਰ ਤੁਸੀਂ ਕਿਉਂ ਤੜਪ ਪਏ? ਫਿਰ ਕਰਨ ਦੋ ਨਾ ਕਾਨੂੰਨ ਆਪਦਾ ਕੰਮ। ਮੈਂ ਜਵਾਬ ਦਿੰਦਾ ਤੁਹਾਨੂੰ, ਅਸੀਂ ਸਬ ਜੁਡੀਸ ਮੈਟਰ ਬਾਰੇ ਕੁਝ ਵੀ ਨਹੀਂ ਲਿਖਿਆ। ਸੁਖਬੀਰ ਬਾਦਲ ਸਾਹਿਬ ਨੇ ਲਿਖਿਆ ਹੈ ਵੀ ਉਹਨਾਂ ਨੂੰ ਕੁਇਟ ਕਰੋ। ਅਸੀਂ ਤਾਂ ਸੁਖਬੀਰ ਬਾਦਲ ਸਾਹਿਬ ਬਾਰੇ ਚਿੱਠੀ ਲਿਖੀ ਹੈ ਵੀ ਉਹ ਇੰਨੇ ਇੰਟਰਸਟਿਡ ਕਿਉਂ ਹੈ ਕੇਪੀ ਜੀ। ਉਹ ਸਬ ਜੁਡੀਸ ਮੈਟਰ ਬਾਰੇ ਜੇ ਕੋਈ ਗੱਲਬਾਤ ਕਰੇ ਬਾਹਰ, ਇਟ ਇਜ਼ ਅ ਕੰਟੈਂਪਟ ਆਫ ਕੋਰਟ। ਸੁਖਬੀਰ ਬਾਦਲ ਸਾਹਿਬ ਨੂੰ ਕੰਟੈਂਪਟ ਆਫ ਕੋਰਟ ਵੀ ਫਿਰ ਫੇਸ ਕਰਨਾ ਚਾਹੀਦਾ ਹੈ। ਦੂਜਾ, ਮੈਂ ਇਹ ਵੀ ਚੀਜ਼ ਸਪਸ਼ਟ ਕਰਦਾ, ਕੰਟੈਂਪਟ ਆਫ ਕੋਰਟ ਕੌਣ ਪਾਊਗਾ ਸਰ? ਬਿੱਟੂ ਸਾਹਿਬ ਪਾਉਣਗੇ? ਨਹੀਂ, ਮੈਂ ਨਹੀਂ ਕਿਹਾ ਵੀ ਮੈਂ ਪਾ ਰਿਹਾ ਜਾਂ ਬਿੱਟੂ ਸਾਹਿਬ ਪਾਉਣਗੇ, ਕਰਨਾ ਚਾਹੀਦਾ ਤੇ ਪਾ ਦੋ ਨਾ ਫਿਰ ਸਰ, ਪਾ ਦੋ। ਜੇ ਤੁਹਾਨੂੰ ਲੱਗਦਾ ਕਾਨੂੰਨ ਦੀ ਉਲੰਘਣਾ ਕਰਦੇ, ਪਾ ਦੋ ਨਾ ਫਿਰ। ਮੈਂ ਦੱਸਦਾ ਕੀਪੀ ਜੀ, ਫਿਰ ਕੀ ਅਸੀਂ ਵੇਟ ਕਰੀਏ 5-6 ਸਾਲ ਵੀ ਕੰਟੈਂਪਟ ਪ੍ਰੋਸੀਡਿੰਗਸ ਪੂਰੀਆਂ ਹੋਣਗੀਆਂ? ਗੱਲ ਤਾਂ ਹੁੰਦੀ ਹੈ ਨਾ, ਮੋਰ ਇਫੈਕਟਿਵ ਵੇ। ਨਹੀਂ, ਜੇ ਤੁਹਾਨੂੰ ਲੱਗਦਾ ਨਾ ਖਡਿਆਲ ਸਾਹਿਬ ਤੁਹਾਡੀ ਦਲੀਲ 'ਚ ਦਮ ਹੈਗਾ, ਪਾਓ ਨਾ ਫਿਰ। ਸੁਖਬੀਰ ਤੇ ਕੇਸ ਪਾਓ, ਕਿਉਂ ਨਹੀਂ ਪਾਉਂਦੇ? ਏਪੀ ਜੀ ਐਸਜੀਪੀਸੀ ਦੇ ਪਾਓ। ਬੋਲੋ। ਮੈਂ ਦੱਸਦਾ ਕਿਉਂਕਿ ਪੈਂਡੈਂਸੀ ਸ਼ਾਇਦ ਅਜੇ, ਕਿਉਂਕਿ ਮੈਂ ਦਾ ਵਕੀਲ ਹੈ, ਤੁਹਾਨੂੰ ਅਜੇ ਨਹੀਂ ਪਤਾ, ਪੈਂਡੈਂਸੀ ਬਹੁਤ ਜ਼ਿਆਦਾ ਹੈ, ਬੜਾ ਜ਼ਿਆਦਾ ਟਾਈਮ ਲੱਗ ਜਾਂਦਾ ਹੈ। ਜਦੋਂ ਨੂੰ ਉਹ ਗੱਲ ਆਪਣਾ ਵਾਰੀ ਆਊਗੀ ਕੰਟੈਂਪਟ ਦੀ, ਉਦੋਂ ਦਾ ਹੋ ਸਕਦਾ। ਖਡਿਆਲ ਸਾਹਿਬ, ਮਸਲਾ ਇਹ ਹੈਗਾ ਨਾ, ਰਾਜੋਆਣਾ ਕਿਸੇ ਦਾ ਰਿਸ਼ਤੇਦਾਰ ਨਹੀਂ ਹੈਗਾ। ਮਸਲਾ ਇਹ ਹੈਗਾ ਨਾ, ਇਸ ਕਰਕੇ ਨਹੀਂ ਆਪਾਂ ਸਵਾਲ ਚੁੱਕਣਾ। ਦੇਖੋ, ਮੈਂ ਤੁਹਾਨੂੰ ਇੱਕ ਚੀਜ਼ ਨਹੀਂ ਕੇਪੀ ਜੀ, ਤੁਸੀਂ ਕਾਈਂਡਲੀ ਨਾ ਦੇਖੋ, ਕਾਈਂਡਲੀ ਸਮਝੋ ਮੈਂ ਕੀ ਕਹਿ ਰਿਹਾ। ਅਸੀਂ ਸਿੰਪਲ ਜੀ ਗੱਲ ਕਹਿ ਰਹੇ ਕਿ ਸਬ ਜੁਡੀਸ ਮੈਟਰ ਬਾਰੇ ਨਹੀਂ ਗੱਲ ਕਰ ਸਕਦੇ ਨਾ, ਆਪਾਂ ਡਿਬੇਟ ਵੀ ਨਹੀਂ ਕਰ ਸਕਦੇ ਸੀ, ਉਹ ਮੈਟਰ ਸਬ ਜੁਡੀਸ ਹੈ, ਲੇਕਿਨ ਕਰ ਰਹੇ ਹਾਂ। ਇਹ ਥੋੜੀ ਵੀ ਮੈਂ ਤੁਹਾਡੇ ਖਿਲਾਫ ਵੀ ਕੰਟੈਂਪਟ ਪਾਉਂਦਾ ਫਿਰੂੰਗਾ, ਲੇਕਿਨ ਸੱਚ ਕੀ ਹੈ ਗਲਤ ਕੀ ਉਹ ਤਾਂ ਮੈਂ ਦੱਸ ਸਕਦਾ ਡਿਬੇਟ ਦੇ ਵਿੱਚ। ਆਈ ਵੋਂਟ ਵੇਸਟ ਮਾਈ ਟਾਈਮ ਔਨ ਦੈਟ। ਦੂਸਰਾ ਇਹ ਹੈ, ਬੜਾ ਵਧੀਆ ਇਸ਼ਾਰਾ ਕਰਕੇ ਖਡਿਆਲ ਸਾਹਿਬ, ਤੁਸੀਂ ਗੱਲਾਂ 'ਚ ਇਸ਼ਾਰਾ ਕਰਕੇ ਬਹੁਤ ਤਗੜਾ।
ਬਹੁਤ ਬੜਾ ਇਸ਼ਾਰਾ ਕਰਕੇ ਹਾਂ ਦੂਜਾ ਇਹ ਹੈ ਕਿ ਦੇਖੋ ਇਹਨਾਂ ਦੀ ਜਿਹੜੀਆਂ ਮਰਸੀ ਪਟੀਸ਼ਨਸ ਹੈ ਆਲਰੇਡੀ ਰਿਜੈਕਟ ਹੋਈਆਂ ਇੱਕ ਪੈਟਰਨ ਦੇਖ ਰਹੇ ਹਾਂ ਸੁਪਰੀਮ ਕੋਰਟ ਨੇ ਆਲਰੇਡੀ ਆਰਡਰ ਵੀ ਕੀਤਾ ਹੋਇਆ ਵੀ ਸੀਬੀਆਈ ਦਾ ਡਾਇਰੈਕਟਰ ਆਵੇ ਜਿਹੜੇ ਠੀਕ ਹੈ ਸਪੈਸੀਫਾਈ ਕਰਦੇ ਸੋ ਸੁਖਬੀਰ ਬਾਦਲ ਸਾਹਿਬ ਕੰਸਰਨਡ ਪਾਰਟੀ ਨਹੀਂ ਹੈਗੇ why does he want to do that ਸਾਨੂੰ ਚਲੋ ਖੜਿਆਲ ਸਾਹਿਬ ਇੱਕ ਚੀਜ਼ ਮੈਨੂੰ ਸਾਫ਼ ਕਰ ਦਿਓ ਖੜਿਆਲ ਸਾਹਿਬ ਇੱਕ ਚੀਜ਼ ਸਾਫ਼ ਕਰ ਦਿਓ ਬਹੁਤ ਵਧੀਆ ਤੁਸੀਂ ਕਿਹਾ ਕਿ ਸਬ ਜੁਡਿਸ ਮੈਟਰ ਅਸੀਂ ਉਸ ਦੀ ਗੱਲ ਨਹੀਂ ਕਰਦੇ ਪਏ ਮਿਸਟਰ ਬਿੱਟੂ ਪਿੱਛੇ ਜੇ ਮਿਲ ਕੇ ਆਹੀ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੇ ਕਿਹਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਕੇ ਆਇਆ ਸੀਗਾ ਸਰ ਪੰਜਾਬ ਦੇ ਕਿਹੜੇ ਮੁੱਦੇ ਚੱਕ ਕੇ ਆਏ ਸੀ ਉਹ ਦੱਸ ਸਕਦੇ ਹੋ ਕਾਈਂਡਲੀ ਬਿਲਕੁਲ ਕਿਹੜੇ ਮੁੱਦੇ ਦੀ ਗੱਲ ਕਰਕੇ ਪੰਜਾਬ ਦੇ ਜਿੰਨੇ ਮੁੱਦੇ ਹੈ ਚਾਹੇ ਉਹ ਕਿਸਾਨੀ ਨਾਲ ਜੁੜਿਆ ਹੋਵੇ ਚਾਹੇ ਡਿਵੈਲਪਮੈਂਟ ਨਾਲ ਹੋਵੇ ਚਾਹੇ ਵਿਮਨ ਐਮਪਾਵਰਮੈਂਟ ਨਾਲ ਹੋਵੇ ਚਾਹੇ ਲਾਅ ਐਂਡ ਆਰਡਰ ਨਾਲ ਹੋਵੇ ਅਸੀਂ ਸਾਰੇ ਮੁੱਦੇ ਚੱਕਦੇ ਆ ਅਸੀਂ ਇੱਕ ਗੱਲ ਥੋੜੀ ਕਰਦੇ ਆ ਬਿੱਟੂ ਜੀ ਐਮਪੀ ਦੇ ਪੰਜਾਬ ਦੇ ਅਨਲਾਈਕ ਆਮ ਆਦਮੀ ਪਾਰਟੀ ਦੇ ਐਮਪੀ ਸਾਡੇ ਟਾਈਮ ਨਹੀਂ ਵੇਸਟ ਕਰਦੇ ਉੱਥੇ ਜਾ ਕੇ ਵਾਕਈ ਸਹੀ ਗੱਲ ਕਰਦੇ ਚਲੋ ਆਮ ਆਦਮੀ ਪਾਰਟੀ ਦਾ ਜ਼ਿਕਰ ਕਰ ਲਿਆ ਮੈਂ ਦੱਸ ਵੀ ਦਵਾਂ ਦਰਸ਼ਕਾਂ ਨੂੰ ਆਮ ਆਦਮੀ ਪਾਰਟੀ ਨੇ ਇਸ ਡਿਬੇਟ ਚੋਂ ਤੋਂ ਮਨਾ ਕਰ ਦਿੱਤਾ ਹਾਂ ਕਰਨਾਲ ਸਾਹਿਬ ਹਿੰਮਤ ਦੇਖੋ ਗੱਲ ਇਹ ਆ ਕਿ ਇਹਨੂੰ ਜਿੰਨੀ ਲੰਮੀ ਮਰਜ਼ੀ ਬਹਿਸ ਵਧਾ ਲਈਏ ਐਂਡ ਇਸ ਦਾ ਇਹੋ ਹੀ ਨਿਕਲਣਾ ਹੈ ਕਿ ਦੇਖੋ ਕਾਨੂੰਨ ਅਨੁਸਾਰ ਜਿਹੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਨੌਜਵਾਨਾਂ ਨੂੰ ਉਹਨਾਂ ਨੇ ਪੂਰੀਆਂ ਕਰ ਲਈਆਂ ਨੇ ਉਹਨਾਂ ਬਾਰੇ ਸਿਆਸੀ ਨਜ਼ਰੀਏ ਤੋਂ ਕੁਝ ਫੈਸਲੇ ਲੈਣ ਦਾ ਹੁਣ ਵਕਤ ਹੈ ਔਰ ਫੈਸਲਾ ਲੈਣਾ ਚਾਹੀਦਾ ਜਿਵੇਂ ਖੜਿਆਲ ਸਾਹਿਬ ਨੇ ਕਿਹਾ ਹੈ ਨਾ ਕਿ ਇਹਨਾਂ ਦੇ ਨਾਲ ਕੀ ਰਿਸ਼ਤੇਦਾਰੀ ਹੈ ਜਾਂ ਕੀ ਸਾਂਝ ਹੈ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਡੇ ਨਾਲ ਕੀ ਦੁਸ਼ਮਣੀ ਹੈ ਦੇਖੋ ਪੰਜਾਬ ਦੇ ਵਿੱਚ ਇੱਕ ਦੌਰ ਚੱਲਿਆ ਔਰ ਉਸ ਦੌਰ ਦੇ ਵਿੱਚ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ ਸਨ ਉਹਨਾਂ ਨੇ ਕਾਨੂੰਨ ਅਨੁਸਾਰ ਜਿਹੜੀ ਸਹੁੰ ਖਾਧੀ ਸੀ ਉਸ ਦੇ ਬਿਲਕੁਲ ਉਲਟ ਜਾ ਕੇ ਇੱਥੇ ਇੱਕ ਇਸ ਤਰ੍ਹਾਂ ਦਾ ਸ਼ਿਕਾਰ ਖੇਡਿਆ ਇਸ ਪੱਧਰ ਦਾ ਇੱਥੇ ਨੌਜਵਾਨਾਂ ਦਾ ਘਾਣ ਕੀਤਾ ਤੇ ਜਦੋਂ ਉਹਨਾਂ ਦਾ ਕਤਲ ਹੋਇਆ ਕਤਲ ਤੋਂ ਬਾਅਦ ਇੱਕ ਵੀ ਪੰਜਾਬ ਦੀ ਪੀਰਮ ਸਾਹਿਬ ਇੱਕ ਲੋਕਾਂ ਦੀ ਚਰਚਾ ਸਰ ਮੈਂ ਲੋਕਾਂ ਦੇ ਸਵਾਲ ਲੈ ਕੇ ਆਉਣਾ ਨਾ ਪੀਰਮ ਸਾਹਿਬ ਲੋਕ ਇਹ ਸਵਾਲ ਕਰਦੇ ਪਏ ਕਹਿੰਦੇ ਜੇ ਤੁਸੀਂ ਇੰਨੀ ਦਰਦੀ ਹੈਗੇ ਹੋ ਤੇ ਜਾ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਘਰ ਦੇ ਬਾਹਰ ਧਰਨਾ ਕਿਉਂ ਨਹੀਂ ਲਾ ਦਿੰਦੇਗੇ ਪੀਰਮ ਸਾਹਿਬ ਇੱਕ ਸਵਾਲ ਦੂਜਾ ਸਵਾਲ ਹੈ ਕਹਿੰਦੇ ਸੁਣ ਤਾਂ ਲਓ ਨਾ ਸਰ ਪੀਰਮ ਸਾਹਿਬ ਸੁਣ ਲਓ ਦੂਜਾ ਸਵਾਲ ਹੈ ਕਹਿੰਦੇ ਵਫਦ ਲੈ ਕੇ ਮਿਲਦੇ ਕਿਉਂ ਨਹੀਂ ਸਰ ਤੀਜਾ ਸਵਾਲ ਇਹ ਹੈ ਉਹ ਕਹਿੰਦੇ ਵੀ ਜਦੋਂ ਅਕਾਲੀ ਦਲ ਸੱਤਾ ਤੋਂ ਬਾਹਰ ਹੁੰਦਾ ਉਦੋਂ ਉਹਨਾਂ ਨੂੰ ਇਹ ਮੁੱਦੇ ਯਾਦ ਆ ਜਾਂਦੇ ਆਦਾ ਰਿਵਾਈਵਲ ਚਾਹੁੰਦੇ ਆ ਬੋਲੋ ਪੀਰਮ ਸਾਹਿਬ ਦੇਖੋ ਗੱਲ ਇਹ ਆ ਕਿ ਜੇ ਧਰਨਾ ਲਾਉਣ ਦੀ ਲੋੜ ਪਵੇਗੀ ਧਰਨਾ ਵੀ ਲਾਵਾਂਗੇ ਪਰ ਸਾਨੂੰ ਆਸ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਉਹ ਇਸ ਬਾਰੇ ਜ਼ਰੂਰ ਲੀਨੀਅਟ ਇੱਕ ਅੱਛਾ ਤਰੀਕੇ ਨਾਲ ਫੈਸਲਾ ਲੈਣਗੇ ਜਿਸ ਦੇ ਵਿੱਚ ਇਹ ਜਿਹੜੇ ਨੌਜਵਾਨ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਕੱਲੇ ਇੱਕ ਬਲਵੰਤ ਸਿੰਘ ਰਾਜੋਆਣਾ ਦੀ ਨਹੀਂ ਗੱਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਦੇ ਨਾਲ ਜਿਹੜਾ ਘਟਨਾਕ੍ਰਮ ਵਾਪਰਿਆ ਉਹਦੇ ਬਾਰੇ ਖੜਿਆਲ ਸਾਹਿਬ ਦੱਸਣ ਉਹਨਾਂ ਦੇ ਪਿਤਾ ਜੀ ਨੂੰ ਜਿਹੜੇ ਗਜ਼ਟਡ ਅਫਸਰ ਸਨ ਉਹਨਾਂ ਦੇ ਮਾਸੜ ਜੀ ਜਿਹੜੇ ਗਜ਼ਟਡ ਅਫਸਰ ਸਨ ਉਹਨਾਂ ਨੂੰ ਕੋ ਕੇ ਤਸ਼ੱਦਦ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਲਾਪਤਾ ਕਰ ਦਿੱਤਾ ਗਿਆ ਉਹਨਾਂ ਨੂੰ ਖਪਾ ਦਿੱਤਾ ਗਿਆ ਔਰ ਉਹਨਾਂ ਦਾ ਪਰਿਵਾਰ ਜਿਹੜਾ ਖਿੰਡ ਗਿਆ ਔਰ ਉਹਨਾਂ ਦੀ ਮਾਤਾ ਵੀ ਗਜ਼ਟਡ ਅਫਸਰ ਸਨ ਉਹ ਆਪਣੀ ਬਿਰਧ ਅਵਸਥਾ ਦੇ ਵਿੱਚ ਅਮਰੀਕਾ ਦੇ ਵਿੱਚ ਗੁਜ਼ਰ ਗਏ ਉਹਨਾਂ ਦੇ ਭਰਾ ਜਿਹੜੇ ਉਹ ਅੱਜ ਵੀ ਤਜਿੰਦਰਪਾਲ ਸਿੰਘ ਭੁੱਲਰ ਅਮਰੀਕਾ ਦੇ ਵਿੱਚ ਬੈਠੇ ਨੇ ਇਸ ਤਰ੍ਹਾਂ ਕਰਕੇ ਸਾਰਾ ਪਰਿਵਾਰ ਉਹਨਾਂ ਦੀ ਪਤਨੀ ਜਿਹੜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਨਵਰੀਤ ਕੌਰ ਉਹ ਇੱਥੇ ਵਾਰ-ਵਾਰ ਉਹਨਾਂ ਨੂੰ ਕਦੀ ਕੈਨੇਡਾ ਆਉਣਾ ਪੈਂਦਾ ਕਦੀ ਇੱਥੇ ਜਾਣਾ ਪੈਂਦਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਸ ਤਰ੍ਹਾਂ ਦੇ ਕੁਝ ਫੈਸਲੇ ਜਿਹੜਾ ਲੈਣ ਦਾ ਸਮਾਂ ਹੈ ਉਹ ਰਾਜਨੀਤਿਕ ਤੌਰ ਤੇ ਉੱਤੇ ਕਾਂਗਰਸ ਨੂੰ ਵੀ ਆਪਣੀ ਜਿਹੜੀ ਹੈ ਨਾ ਸੋਚ ਦੇ ਵਿੱਚ ਥੋੜਾ ਬਦਲਾਅ ਲਿਆਉਣਾ ਚਾਹੀਦਾ ਠੀਕ ਹੈ ਲਕੇਸ਼ ਨਾਰੰਗ ਸਾਹਿਬ ਇੱਕ ਮਿੰਟ ਮਿਸਟਰ ਖੜਿਆਲ ਇੱਕ ਮਿੰਟ ਲਕੇਸ਼ ਨਾਰੰਗ ਸਾਹਿਬ ਅਕਾਲੀ ਦਲ ਇੱਕ ਸਵਾਲ ਚੁੱਕਦਾ ਪਿਆ ਕਿ ਤੁਸੀਂ ਹੁਣ ਸਿੱਖ ਨੁਮਾਇੰਦਿਆਂ ਨੂੰ ਮਿਲਦੇ ਪਿਓ ਲਗਾਤਾਰ ਉਹ ਸਿੱਖ ਨੁਮਾਇੰਦੇ ਕਿਹੜੇ ਵਰਗਾਂ ਚੋਂ ਆਉਂਦੇ ਆ ਕਿੱਥੇ ਉਹਨਾਂ ਦਾ ਆਧਾਰ ਹੈਗਾ ਕੌਣ ਉਹਨਾਂ ਦੇ ਪਿੱਛੇ ਹੈਗਾ ਸਵਾਲ ਇਹ ਨਹੀਂ ਹੈਗਾ ਸਵਾਲ ਇਹ ਹੈਗਾ ਨਾਰੰਗ ਸਾਹਿਬ ਉਹ ਕਹਿੰਦੇ ਜੇ ਸਿੱਖਾਂ ਦੇ ਮਸਲੇ ਹੱਲ ਕਰਨਾ ਚਾਹੁੰਦੇ ਆ ਪ੍ਰਧਾਨ ਮੰਤਰੀ ਸਾਹਿਬ ਤਾਂ ਇਹ ਮੁੱਦੇ ਤੋਂ ਸ਼ੁਰੂਆਤ ਕੀਤੀ ਜਾਵੇ ਲਕੇਸ਼ ਨਾਰੰਗ ਸਾਹਿਬ ਤੁਸੀਂ ਇਸ ਨਾਲ ਸਹਿਮਤ ਰੱਖਦੇ ਹੋ ਦੇਖੋ ਸਰ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਦੇਖੋ ਜਿਹੜੀ ਇਹਨਾਂ ਦੀ ਮਰਸੀ ਪਟੀਸ਼ਨ ਹੈ ਦੈਟ ਹੈਜ਼ ਟੂ ਬੀ ਡੈਲਟ ਐਜ਼ ਪਰ ਲਾਅ ਜੋ ਮਰਸੀ ਪਟੀਸ਼ਨ ਹੈ ਉਹਨੂੰ ਸਾਰੇ ਫੈਕਟਸ ਨੂੰ ਦੇਖ ਕੇ ਕੰਸੀਡਰ ਕੀਤਾ ਜਾਣਾ ਔਰ ਆਮ ਆਪਣਾ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਪਾਰਟੀ ਦੋਨੋਂ ਹੀ ਇਸ ਮੁੱਦੇ ਤੇ ਜੋ ਚਿੱਠੀਆਂ ਲੈ ਕੇ ਰਾਜਨੀਤੀ ਕਰ ਰਹੇ ਨੇ ਕਿ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾ ਰਹੇ ਨੇ ਕਿਉਂਕਿ ਦੋਨਾਂ ਦੇ ਕੋਲ ਹੀ ਇਸ ਵੇਲੇ ਕੋਈ ਮੁੱਦਾ ਨਹੀਂ ਹੈ ਪੰਜਾਬ ਦੇ ਵਿੱਚ ਤੇ ਇਸ ਵੇਲੇ ਜਦ ਕਿ ਜਿਹੜੀ ਮਰਸੀ ਪਟੀਸ਼ਨ ਹੈ ਐਜ਼ ਪਰ ਲਾਅ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਔਰ ਡਿਸਾਈਡ ਹੋਣੀ ਆ ਤੇ ਇਹਨਾਂ ਦੀ ਇੰਟਰਫੇਰੈਂਸ ਇੰਟੈਲੀਜੈਂਸ ਦੀ ਜ਼ਰੂਰਤ ਨਹੀਂ ਆ ਦੈਟ ਹੈਜ਼ ਟੂ ਬੀ ਡੈਲਟ ਐਜ਼ ਪਰ ਲਾਅ ਨਹੀਂ ਕਿਸੇ ਤੇ ਮਾਨਹਾਨੀ ਦਾ ਮੁਕੱਦਮਾ ਬੰਦਾ ਕੋਈ ਮਾਨਹਾਨੀ ਦਾ ਮੁਕੱਦਮਾ ਨਹੀਂ ਬੰਦਾ ਜੀ ਠੀਕ ਬਾਟ ਸਾਹਿਬ ਇਸ ਨੂੰ ਧਾਰਮਿਕ ਚਸ਼ਮੇ ਨਾਲ ਜਾਂ ਜਾਤ ਪਾਤ ਦੇ ਚਸ਼ਮੇ ਨਾਲ ਕਿਉਂ ਦੇਖਿਆ ਜਾ ਰਿਹਾ
ਕੇਪੀ ਸਿੰਘ ਜੀ, ਤੁਹਾਡਾ ਜਿਹੜਾ ਸਵਾਲ ਹੈ ਬਹੁਤ ਵਧੀਆ ਹੈ। ਪੀਰ ਮੁਹੰਮਦ ਸਾਹਿਬ ਸਾਡੇ ਦੋਸਤ ਨੇ ਔਰ ਬੜੇ ਤਜਰਬੇਕਾਰ ਨੇ, ਉਹਨਾਂ ਨੇ ਵੀ ਇੱਕ ਗੱਲ ਕਹੀ ਹੈ। ਮੈਂ ਉਸ ਨੂੰ ਕਹਾਂਗਾ ਕਿ ਆਪਾਂ ਥੋੜਾ ਜਿਹਾ, ਜੇ ਆਪੀ ਖੰਡਿਆਲ ਸਾਹਿਬ ਨੂੰ ਕਹਿੰਦੇ ਆ ਕਾਂਗਰਸ ਨੂੰ, ਤੇ ਆਪਾਂ ਸਾਰੇ ਹੀ ਥੋੜਾ ਜਿਹਾ ਬੈਲੈਂਸ ਹੋ ਕੇ ਰੱਖੀਏ। ਭਾਵਨਾਵਾਂ ਜਿਹੜੀਆਂ ਵਾ ਸਾਰਿਆਂ ਦੀਆਂ ਬਹੁਤ ਸੀ, ਵੇਖੋ ਉਹਨਾਂ ਭਾਵਨਾਵਾਂ ਦੇ ਵਿੱਚ ਕਿੰਨੇ ਕਿੰਨੇ ਬਾਕੀ ਸਾਰੀਆਂ ਪਾਰਟੀਆਂ ਦੇ ਲੀਡਰ ਬੜੇ, ਚੋਟੀ ਦੇ ਲੀਡਰ ਮਰੇ, ਤੇ ਅਕਾਲੀ ਦਲ ਦੇ ਵੀ ਜਿਹੜੇ ਪ੍ਰਧਾਨ ਸੀ ਲੌਂਗੋਵਾਲ ਸਮੇਤ ਕਿੰਨੇ ਲੋਕ ਜਿਹੜੇ ਆ ਉਹ ਮਰੇ। ਉਹਦੇ ਵਿੱਚ ਤਾਂ ਪੁਲਿਸ ਜਿਹੜੀ ਹੈ ਜਾਂ ਹੋਰ ਕਿਸੇ ਤਰ੍ਹਾਂ ਦਾ ਸੀ ਭਾਵਨਾਵਾਂ ਵਾਲਾ ਨਹੀਂ ਸੀ ਹੈ। ਇੱਕ ਟਾਰਗੇਟ ਕਿਲਿੰਗ ਜਿਹੜੀਆਂ ਹੋਈਆਂ ਨੇ ਉਹ ਉਸ ਨੂੰ ਆਪਾਂ ਨਾ ਭੁੱਲੀਏ। ਕਿੰਨਾ ਵੱਡਾ ਪੰਜਾਬ ਦਾ ਨੁਕਸਾਨ ਹੋਇਆ, ਆਪਾਂ ਉਸ ਦੇ ਹਿਸਾਬ ਦੇ ਨਾਲ ਦੇਖੀ। ਉਹਦੇ ਵਿੱਚ ਜਾਤੀਆਂ ਪੁਲਿਸ ਵੱਲੋਂ ਵੀ ਹੋਈਆਂ ਪਰ ਜਾਤੀਆਂ ਦੂਜੇ ਪਾਸੇ ਵੀ ਹੋਈਆਂ। ਗਿਣ ਲਓ ਤੁਸੀਂ ਕਿੰਨੇ, ਅਸੀਂ ਪਰਸਨਲ ਜਾਣਦੇ, ਅਸੀਂ ਉਸ ਜਨਰੇਸ਼ਨ ਦੀਆਂ ਜਿਨ੍ਹਾਂ ਨੇ ਆਪਣੇ ਪਿੰਡਾਂ ਜਾਂ ਆਪਣੇ ਸ਼ਹਿਰਾਂ ਉਹ ਸਾਰਾ ਕੁਝ ਜਿਹੜਾ ਦੇਖਿਆ। ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਕਿਹਾ ਕਿ ਇਹ ਜਿਹੜਾ ਵਾ ਉਹ ਸ਼ਾਇਦ ਸਾਨੂੰ ਡਿਬੇਟ ਨਹੀਂ ਕਰਨੀ ਚਾਹੀਦੀ ਜਾਂ ਨਹੀਂ ਲਿਖਣਾ ਚਾਹੀਏ। ਜੇ ਬਿੱਟੂ ਸਾਹਿਬ ਹੈ ਉਹ ਵੀ ਮੈਂਬਰ ਆਫ ਪਾਰਲੀਮੈਂਟ ਹੈ, ਉਹਨਾਂ ਨੇ ਚਿੱਠੀ ਸੁਪਰੀਮ ਕੋਰਟ ਨੂੰ ਨਹੀਂ ਲਿਖੀ ਹੈ, ਚਿੱਠੀ ਸਰਕਾਰ ਨੂੰ ਲਿਖੀ ਹੈ। ਉਹਨਾਂ ਨੇ ਆਪ ਦਾ ਨੇੜਿਓ ਜੁੜੇ ਨੇ, ਉਹਨਾਂ ਦੇ ਪਰਿਵਾਰ ਜਿਹੜਾ ਵਾ ਇਨਵੋਲਵ ਹੈ, ਉਹਨਾਂ ਦੀਆਂ ਭਾਵਨਾਵਾਂ ਵੀ ਅਸੀਂ ਜਿਹੜੀਆਂ ਵਾ ਉਹ ਦੇਖੀਏ। ਦੂਸਰੇ ਪਾਸੇ ਜਿਹੜੇ ਆ ਉਹ ਬਾਦਲ ਸਾਹਿਬ ਆ, ਉਹ ਵੀ ਮੈਂਬਰ ਪਾਰਲੀਮੈਂਟ ਹੈ, ਉਹਨਾਂ ਨੇ ਵੀ ਚਿੱਠੀ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਨੂੰ ਲਿਖੀ ਹੈ। ਤੇ ਜਿਹੜੇ ਦੋਨਾਂ ਦਾ ਜਿਹੜਾ ਆਪਣਾ ਆਪਣਾ ਵੇਖੋ ਇੱਕ ਜੁੜਾਵ ਹੈ, ਜਾਂ ਉਹ ਇੱਕ ਆਪਣਾ ਬਾਦਲ ਸਾਹਿਬ ਜਿਹੜੇ ਉਹ ਬੜੀ ਬੁਰੀ ਤਰ੍ਹਾਂ ਨਾਲ ਪਾਰਟੀ ਹਾਰੀ ਹੈ ਅਨਫੋਰਚੂਨੇਟਲੀ ਜਾਂ ਫੋਰਚੂਨੇਟਲੀ, ਆਪਾਂ ਉਹਦੇ ਤੇ ਕਮੈਂਟ ਨਾ ਕਰੀਏ, ਪਰ ਉਹ ਚਾਹੁੰਦੇ ਸ਼ਾਇਦ ਉਹ ਪੰਥ ਦਾ ਜਿਹੜਾ ਵਾ ਸਾਡਾ ਏਜੰਡਾ ਉਸ ਨੂੰ ਅਸੀਂ ਲੈ ਆਈਏ, ਸ਼ਾਇਦ ਇਹਦੇ ਨਾਲ ਸਾਨੂੰ ਕੁਝ ਜਿਹੜਾ ਵਾ ਉਹ ਫਾਇਦਾ ਹੋਵੇ। ਇਹ ਸਿਆਸਤ ਆ ਦੋਨੋਂ ਪਾਸਿਓਂ ਜੁੜੀ ਹੋਈ ਹੈ, ਇਹਦੇ ਚ ਆਪਾਂ ਇਸ ਨੂੰ ਜਿਹੜਾ ਵਾ ਉਹ ਨਾ ਭੁੱਲੀਏ। ਠੀਕ, ਮੈਂ ਥੋੜਾ ਬ੍ਰੇਕ, ਮੈਂ ਸੁਪਰੀਮ ਕੋਰਟ ਇਜ਼ ਸੀਜ਼ਡ ਆਫ ਦੀ ਮੈਟਰ, ਦੇ ਆਰ ਗੋਇੰਗ ਟੂ ਡਿਸਾਈਡ ਆਈਦਰ ਵੇ, ਜਾਂ ਗਵਰਨਮੈਂਟ ਕਰੇਗੀ ਜਾਂ ਸੁਪਰੀਮ ਕੋਰਟ ਖੁਦ ਕੰਪੀਟੈਂਟ ਆ ਕਿ ਉਹ ਆਪ ਵੀ ਜਿਹੜਾ ਵਾ ਫੈਸਲਾ ਦੇ ਸਕਦੇ ਆ। ਲੈਟ ਅਸ ਵੇਟ। ਠੀਕ ਹੈ, ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ, ਬਾਕੀ ਮਹਿਮਾਨਾਂ ਕੋਲ ਵੀ ਜਾਣਾ ਹੈਗਾ। ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਤੇ, ਰਿਹਾਈ ਦੇ ਮੁੱਦੇ ਤੇ ਰਾਜਨੀਤੀ ਕਿਉਂ ਹੋ ਰਹੀ ਹੈ, ਤੇ ਇਸ ਰਾਜਨੀਤੀ ਦੇ ਵਿਚਾਲੇ ਇਹ ਰਾਜਨੀਤੀ ਵੱਡੇ ਵੱਡੇ ਤੁਹਾਨੂੰ ਸੁਪਨੇ ਕਿਉਂ ਦਿਖਾ ਰਹੀ ਹੈ, ਤੇ ਇਹ ਮੰਚ ਤੁਹਾਨੂੰ ਵਾਰ-ਵਾਰ ਤਾਕੀਦ ਕਰਦਾ ਹੈ ਕਿ ਪੰਜਾਬ ਦੀ ਸ਼ਾਂਤੀ ਦੇ ਲਈ, ਪੰਜਾਬ ਦੀ ਸੁਹਿਰਦਤਾ ਦੇ ਲਈ ਤੁਸੀਂ ਸਾਰੇ ਲੋਕ ਜ਼ਿੰਮੇਵਾਰ ਹੋ। ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਕਿ ਕਿਸ ਤਰੀਕੇ ਨਾਲ ਮੁੱਦੇ ਤੁਹਾਡੇ ਅੱਗੇ ਰੱਖੇ ਜਾਣਗੇ, ਕਿਸ ਤਰੀਕੇ ਉਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਹੋਊਗੀ, ਤੇ ਤੁਸੀਂ ਇਹਨਾਂ ਮੁੱਦਿਆਂ ਦੇ ਵਿਚਾਲੇ ਕਿਹੜੀ ਗੱਲਬਾਤ ਕਰਨੀ ਹੈ ਤੇ ਕਿਵੇਂ ਕਰਨੀ ਹੈ ਤੇ ਕਿਸ ਤਰੀਕੇ ਨਾਲ ਰਿਐਕਟ ਕਰਨਾ ਹੈ। ਕਿਉਂਕਿ ਸੋਸ਼ਲ ਮੀਡੀਆ ਤੇ ਇਸ ਵਕਤ ਇਹੋ ਜਿਹੀ ਭੀੜ ਚੱਲੀ ਹੋਈ ਹੈ ਕਿ ਇੱਕ ਚਿੱਠੀ ਲਿਖੀ ਜਾਂਦੀ ਹੈ, ਉਹਦੇ ਨਾਲ ਦੀਆਂ ਪਤਾ ਨਹੀਂ ਕਿੰਨੀਆਂ ਚਿੱਠੀਆਂ ਬਣਾ ਦਿੱਤੀਆਂ ਜਾਂਦੀਆਂ। ਧਿਆਨ ਰੱਖਿਓ, ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਧਰਮ ਦੇ ਮੁੱਦੇ ਤੇ, ਜਾਤ ਪਾਤ ਦੇ ਮੁੱਦੇ ਤੇ ਬਹੁਤ ਜ਼ਿਆਦਾ ਟ੍ਰੋਲਿੰਗ ਹੋ ਰਹੀ ਹੈ, ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈਗੀ। ਵਾਪਸ ਆ ਰਹੇ। ਇੱਕ ਵਾਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਰੱਖ ਰਹੇ ਹਾਂ ਕਿ ਬੇਅੰਤ ਸਿੰਘ ਕਤਲकांड ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਤੇ ਕੀ ਚਾਹੁੰਦੀ ਹੈ ਰਾਜਨੀਤੀ। ਮਿਸਟਰ ਖੜਿਆਲ, ਤੁਹਾਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਚਿੱਠੀਆਂ ਦਾ ਜਵਾਬ ਦੇਣਗੇ? ਇਹ ਤਾਂ ਹੁਣ ਪ੍ਰਧਾਨ ਮੰਤਰੀ ਸਾਹਿਬ ਹੀ ਦੱਸ ਸਕਦੇ ਆ। ਨਹੀਂ, ਮੈਂ ਤਾਂ ਖੜਿਆਲ ਸਾਹਿਬ ਤੁਸੀਂ ਆਪਦੀ ਪਾਰਟੀ ਜਵਾਬ ਦੇ ਦਿਓ ਨਾ। ਬਿੱਟੂ ਸਾਹਿਬ ਨੇ ਇਸ ਤੋਂ ਪਹਿਲਾਂ ਵੀ ਚਿੱਠੀਆਂ ਲਿਖੀਆਂ ਹੋਣਗੀਆਂ, ਇਹ ਚਿੱਠੀ ਦਾ ਜਵਾਬ ਆਊਗਾ ਜਾਂ ਸਿਰਫ ਇੱਕ ਸੋਸ਼ਲ ਮੀਡੀਆ ਤੇ ਚਲਾਉਣ ਲਈ ਲਿਖਤੀ? ਬੋਲੋ ਸਰ। ਕੇਪੀ ਜੀ ਤੁਸੀਂ ਕਹਿ ਰਹੇ ਹੋ ਆਪਦੀ ਪਾਰਟੀ ਦਾ ਜਵਾਬ ਦਿਓ, ਤੁਸੀਂ ਪੁੱਛੀ ਬੀਜੇਪੀ ਦਾ ਜਵਾਬ ਰਹੇ ਹੋਵੇ ਤਾਂ ਮੇਰੀ ਪਾਰਟੀ ਦਾ ਪੁੱਛੋ। ਤਾਂ ਨਹੀਂ, ਮੈਂ ਸਰ ਤਾਂ ਪੁੱਛ ਰਿਹਾ ਸਰ, ਕਿਸਾਨ ਸੰਘਰਸ਼ ਤੋਂ ਬਹੁਤ ਚਿੱਠੀਆਂ ਲਿਖੀਆਂ ਗਈਆਂ ਸੀਗੀਆਂ, ਉਹਦਾ ਜਵਾਬ ਅੱਜ ਤੱਕ ਨਹੀਂ ਮਿਲਿਆ। ਖੜਿਆਲ ਸਾਹਿਬ, ਇਹ ਮੈਨੂੰ ਚਿੱਠੀ ਦਾ ਦੱਸੋ, ਜਵਾਬ ਮਿਲੂਗਾ ਸਰ? ਮੈਂ ਕੇਪੀ ਜੀ ਤੁਹਾਨੂੰ ਫੇਰ ਕਹਿ ਰਿਹਾ, ਨਾਲ ਤਾਂ ਕਿਸਾਨੀ ਮੁੱਦਾ ਰੈਲੇਵੈਂਟ ਨਹੀਂ ਇਸ ਟੌਪਿਕ ਨਾਲ। ਦੂਜਾ ਇਹ ਹੈ ਕਿ ਮੈਂ ਕਿਵੇਂ ਦੱਸ ਸਕਦਾ ਮੋਦੀ ਜੀ ਰਿਸਪੌਂਡ ਕਰਨਗੇ ਕਿ ਨਹੀਂ ਕਰਨਗੇ, ਰਾਈਟ? ਤੇ ਨਹੀਂ, ਮੈਂ ਖੜਿਆਲ ਸਾਹਿਬ ਮੈਂ ਤਾਂ ਪੁੱਛ ਰਿਹਾ ਸੀਗਾ ਕਿਉਂਕਿ ਬਿੱਟੂ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਪੰਜਾਬ ਦੇ ਮੁੱਦੇ ਰੱਖ ਕੇ ਆਏ ਸੀਗੇ। ਮੈਂ ਤਾਂ ਸਵਾਲ ਪੁੱਛ ਰਿਹਾ ਸੀਗਾ, ਉਹਨਾਂ ਮੁੱਦਿਆਂ ਦਾ ਕਿਹੜਾ ਜਵਾਬ ਆਇਆ ਸਰ ਪੰਜਾਬ ਕੋਲੇ, ਉਹ ਤਾਂ ਦੱਸ ਦਿਓ ਸਰ। ਮੈਂ ਦੱਸ ਰਿਹਾ ਕੇਪੀ ਜੀ। ਹਾਂ, ਬੋਲੋ ਖੜਿਆਲ ਸਾਹਿਬ। ਤੁਸੀਂ ਕਿਹਾ ਬਿੱਟੂ ਜੀ ਉੱਥੇ ਜਾ ਕੇ ਪੰਜਾਬ ਦੇ ਮੁੱਦੇ ਰੱਖ ਕੇ ਆਏ, ਉਹ ਬਿੱਟੂ ਜੀ ਨੇ ਕੀਤਾ। ਮੈਨੂੰ ਪੁੱਛੋ ਕੀ ਕੀਤਾ, ਮੈਂ ਤੁਹਾਨੂੰ ਦੱਸਿਆ ਵੀ, ਲੇਕਿਨ ਮੈਂ ਸਰ ਉਹਦਾ ਜਵਾਬ ਪੰਜਾਬ ਕੋਲੇ ਕਿੱਥੇ ਸਰ? ਪੰਜਾਬ ਸਵਾਲ ਪੁੱਛਦਾ ਪਿਆ, ਕਿਹੜੇ ਮੁੱਦਿਆਂ ਦਾ ਹੱਲ ਲੈ ਕੇ ਆਏ ਬਿੱਟੂ ਸਾਹਿਬ? ਤੁਸੀਂ ਮੈਂ ਤੁਹਾਨੂੰ ਆਲਰੇਡੀ ਮੈਂ ਦੱਸਤਾ ਪਿਛਲੀ ਜਿਹੜਾ ਆਪਣਾ ਐਡ ਤੋਂ ਪਹਿਲਾਂ ਮੈਂ ਤੁਹਾਨੂੰ ਆਲਰੇਡੀ ਬੋਲੋ ਪਲੀਜ਼ ਬੋਲੋ। ਲੇਕਿਨ ਪਲੀਜ਼ ਅੰਡਰਸਟੈਂਡ ਵਨ ਥਿੰਗ, ਮੈਂ ਨਹੀਂ ਦੱਸ ਸਕਦਾ ਵੀ ਮੋਦੀ ਜੀ ਨੇ ਕੀ ਸਮਝਿਆ ਉਹ ਮੁੱਦਿਆਂ ਦਾ, ਕੀ ਉਹ ਕਰਨਗੇ। ਇਟ ਇਜ਼ ਹਿਸ ਡਿਸੀਜਨ, ਉਹ ਦੱਸ ਸਕਦੇ ਆ। ਬੀਜੇਪੀ ਦੇ ਸਪੋਕਸਪਰਸਨ ਵੀ ਸ਼ਾਇਦ ਨਾ ਦੱਸ ਸਕਣ। ਦੂਜਾ, ਪੀਰ ਮੁਹੰਮਦ ਸਾਹਿਬ ਨੇ ਕਿਹਾ ਕਿ ਤੁਹਾਡੀ ਕੀ ਦੁਸ਼ਮਣੀ ਆ ਉਹਨਾਂ ਨਾਲ, ਰਾਜੋਆਣਾ ਸਾਹਿਬ ਦਾ। ਪੀਰ ਮੁਹੰਮਦ ਸਾਹਿਬ, ਸਾਡੀ ਕੋਈ ਦੁਸ਼ਮਣੀ ਨਹੀਂ। ਈਵਨ ਦੋ ਬਿੱਟੂ ਜੀ ਦੇ ਦਾਦਾ ਜੀ ਦਾ ਕਤਲ ਹੋਇਆ, ਉਹਨਾਂ ਨੇ ਕੀਤਾ, ਤੇ
फिर भी साडी कोई दुश्मनी नहीं, 16 जाने होर मारे फिर भी कोई दुश्मनी नहीं, लेकिन एज अ मैटर ऑफ लॉ, एज अ मैटर ऑफ जस्टिस इत्थे कोई भी बंदा जे चीज करदा है कि ਉਹਨੂੰ ਬਾਹਰ ਆਉਣਾ ਚਾਹੀਦਾ ਹੈ, ਕਿ ਉਹਨੂੰ ਡੈਥ ਪੈਨਲਟੀ ਨਹੀਂ ਮਿਲਣੀ ਚਾਹੀਦੀ, ਫਿਰ ਤਾਂ ਇਹ ਹੋ ਜੂ ਇਨਇਕੁਆਲਿਟੀ ਸੈਟਅਪ ਹੋ ਜੂ, ਬਿਕੋਜ਼ ਜਿਹਨੇ 16 ਬੰਦੇ ਤੋਂ ਘੱਟ ਮਾਰੇ 12 13 8 9 ਉਹਨਾਂ ਨੂੰ ਵੀ ਡੈਥ ਪੈਨਲਟੀ ਮਿਲ ਜਾਂਦੀ ਹੈ, ਉਹਨਾਂ ਦਾ ਕਮਿਊਟ ਨਹੀਂ ਹੋਇਆ। ਕੇਪੀ ਜੀ ਕਾਈਂਡਲੀ 10 ਸੈਕਿੰਡ ਦਾ ਦੋ ਕਾਈਂਡਲੀ, ਹਾਂ ਬੋਲੋ ਬੋਲੋ। ਦੇਖੋ ਉਹਨਾਂ ਦਾ ਕਮਿਊਟ ਨਹੀਂ ਹੋਇਆ। ਦੂਜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਦੇਖੋ ਅਸੀਂ ਜਿਹੜੇ ਸਿੱਖ ਪ੍ਰਿਜ਼ਨਰਸ ਹੈ ਉਹਨਾਂ ਨੂੰ ਬਾਹਰ ਲੈ ਕੇ ਆਉਣਾ ਚਾਹੁੰਦੇ ਹਾਂ। ਪੰਜਾਬ ਦੇ ਵਿੱਚ ਲੱਖਾਂ ਸਿੱਖ ਪ੍ਰਿਜ਼ਨਰਸ ਹੈ, ਮਰਡਰਰਸ ਬੈਠੇ ਹੈ, ਰੇਪਿਸਟ ਵੀ ਬੈਠੇ ਹੈ, ਕ੍ਰਿਮੀਨਲ ਇੰਟੀਮੀਡੇਸ਼ਨ ਵਾਲੇ ਬੈਠੇ ਹੈ, ਕੱਢਦੀ ਉਹਨਾਂ ਨੂੰ ਬਾਹਰ, ਲॉलेसनेस ਹੋ ਜੂਗੀ। ਨਹੀਂ ਉਹ ਨਾਲੇ ਕਹਿ ਰਹੇ ਆ ਸਜ਼ਾ ਪੂਰੀ ਕਰ ਚੁੱਕੇ। ਮੈਂ ਉਹ ਵੀ ਦੱਸਦਾ ਹੁਣ, ਮੈਂ ਉਹਦਾ ਵੀ ਜਵਾਬ ਦਿੰਦਾ। ਮੈਂ ਤੁਹਾਨੂੰ ਸ਼ੁਰੂ 'ਚ ਇੱਕ ਜੱਜਮੈਂਟ ਦੱਸੀ ਸੀ ਸੁਪਰੀਮ ਕੋਰਟ ਦੀ, ਜਿਹਦੇ ਵਿੱਚ ਬੜਾ ਕਲੀਅਰਲੀ ਸੁਪਰੀਮ ਕੋਰਟ ਨੇ ਕਿਹਾ ਉਮਰ ਕੈਦ ਮਿਨੀਮਮ 14 ਸਾਲ ਹੈ, ਮੈਕਸਿਮਮ ਭਾਵੇਂ ਸਾਰੀ ਉਮਰ ਬੰਦਾ ਉੱਥੇ ਰਵੇ। ਇਹ ਸੁਪਰੀਮ ਕੋਰਟ ਦਾ ਕਹਿਣਾ ਹੈ, ਯਾਨੀ ਕਿ ਲਾਅ ਆਫ ਦ ਲੈਂਡ, ਗਾਰਡੀਅਨ ਆਫ ਦ ਕਨਸਟੀਟਿਊਸ਼ਨ ਦਾ ਲਾਸਟ ਚੀਜ਼ ਹੈ। ਬਸ ਲਾਸਟ ਹੈ ਕਿ ਤੁਸੀਂ ਚੀਜ਼ ਕਹੀ ਸੀ, ਤੁਸੀਂ ਕਿਹਾ ਵੀ ਜਦੋਂ ਹੋਰ ਪਾਰਟਨ ਹੁੰਦੇ ਆ ਉਦੋਂ ਤਾਂ ਕੋਈ ਬੋਲਦਾ ਨਹੀਂ, ਅਸੀਂ ਉਦੋਂ ਵੀ ਬੋਲੇ ਸੀ ਜਦੋਂ ਰਾਮ ਰਹੀ। ਇੱਕ ਮਿੰਟ ਪੀਰਮ ਸਾਹਿਬ ਆ ਰਹੇ ਜੀ। ਸੋ ਕੇਪੀ ਜੀ ਜਦੋਂ ਰਾਮ ਰਹੀਮ ਜੀ ਨੂੰ ਪਾਰਡਨ ਇਹਨਾਂ ਨੇ ਪੈਰੋਲ ਮਿਲੀ ਸੀ ਨਾ, ਉਦੋਂ ਵੀ ਅਸੀਂ ਠੋਕ ਕੇ ਵਿਰੋਧ ਕੀਤਾ ਸੀ ਵੀ 21 ਦਿਨ ਕਿਹੜੇ ਬੇਸਿਸ ਤੇ ਉਹਨਾਂ ਨੂੰ ਤੁਸੀਂ ਬਾਹਰ ਕੱਢਿਆ। ਲੋਕ ਤਾਂ ਜ਼ਿੰਦਗੀ 'ਚ ਇੱਕ ਵਾਰੀ ਨਿਕਲਦੇ, ਉਹ ਇੰਨੀ ਵਾਰੀ ਨਿਕਲ ਗਏ। ਨਹੀਂ ਤਾਂ ਕਾਨੂੰਨੀ ਤੌਰ ਤੇ ਸਮਝਾ ਦਿਓ ਮੈਨੂੰ, ਖੜਿਆਲ ਸਾਹਿਬ ਕਾਨੂੰਨੀ ਤੌਰ ਤੇ ਸਮਝਾ ਦਿਓ। ਮਿਸਟਰ ਰਾਜੋਆਣਾ ਨੂੰ ਜੋ 60 ਮਿੰਟ ਦੀ ਪੈਰੋਲ ਦਿੱਤੀ ਗਈ ਸੀ, ਕਾਂਗਰਸ ਉਹਦਾ ਵਿਰੋਧ ਕਰਦੀ ਹੈ ਕਿ ਜ਼ਿਆਦਾ ਮਿਲਣੀ ਚਾਹੀਦੀ ਸੀ? ਨਹੀਂ ਦਾ ਉਹਦੇ ਬਾਰੇ ਬੇਸਿਕਲੀ ਤਾਂ ਦੇਖੋ ਕੋਈ ਸਟੈਂਸ ਹੋਣਾ ਹੀ ਚਾਹੀਦਾ, ਕੋਈ ਜੁਡੀਸ਼ਰੀ ਦਾ ਕੰਮ ਹੈ ਪੈਰੋਲ ਦੇਣਾ ਜਾਂ ਨਾ ਦੇਣਾ, ਜਾਂ ਉਸ ਕੰਸਰਨ ਗਵਰਨਮੈਂਟ ਦਾ। ਸੋ देयरफॉर ਕਾਂਗਰਸ ਪਾਰਟੀ ਤਾਂ ਇਹ ਕਹਿੰਦੀ ਹੈ ਕਿ ਜਿਹੜਾ ਮੇਰਾ ਸਵਾਲ ਹੋ ਰਿਹਾ ਖੜਿਆਲ ਸਾਹਿਬ ਮੇਰਾ ਸਵਾਲ ਹੋ ਰਿਹਾ 26 ਸਾਲਾਂ ਦੇ ਵਿੱਚ 1 ਘੰਟੇ ਦੀ ਪੈਰੋਲ ਦਿੱਤੀ ਗਈ ਹੈ, ਤੁਹਾਨੂੰ ਲੱਗਦਾ ਕਿ ਜ਼ਿਆਦਾ ਮਿਲਣੀ ਚਾਹੀਦੀ ਸੀ? ਕਾਂਗਰਸ ਅਸੀਂ ਡਿਮਾਂਡ ਕਰਦੀ ਹੈ, ਨਹੀਂ ਕਰੂਗੀ? ਅਗੇਨ ਇਟ ਇਜ਼ ਨਾਟ ਆ ਪ੍ਰੈਰੋਗੇਟਿਵ, ਜਾਂ ਤਾਂ ਹੋਵੇ ਵੀ ਸਾਡੇ ਕੋਲ ਹੱਕ ਹੋਵੇ, ਸਾਡੇ ਕੋਲ ਹੈ ਨਹੀਂ ਹੱਕ। ਠੀਕ। ਬਸ ਇੱਕ ਚੀਜ਼ ਹੈ, ਲਾਸਟ 1 ਸੈਂਟੈਂਸ, ਜਦੋਂ ਗਲਤ ਹੋਊਗਾ, ਕੋਈ ਵੀ ਬੰਦਾ ਹੋਵੇ, ਕਿਸੇ ਵੀ ਸਟੇਟ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਗਲਤ ਕੀਤਾ ਤਾਂ ਉਹਨੂੰ ਅਪੋਜ਼ ਕਰਾਂਗੇ। ਚਲੋ ਪੀਰਮਾ ਸਾਹਿਬ ਆਪਣੀ ਗੱਲ ਫਟਾਫਟ ਰੱਖਿਓ ਪਲੀਜ਼, ਮੇਰਾ ਇੱਕ ਸਵਾਲ ਲੈ ਲਓ ਨਾਲ। ਮਿਸਟਰ ਬਿੱਟੂ ਕਹਿ ਰਿਹਾ ਕਿ ਰਾਜੋਆਣਾ ਸਾਹਿਬ ਜੇ ਬਾਹਰ ਆਉਂਦੇ ਤੇ ਪ੍ਰਧਾਨ ਬਣਾ ਦੋਗੇ ਪਾਰਟੀ ਦਾ? ਦੇਖੋ ਇਹ ਤਾਂ ਪਾਰਟੀ ਨੇ ਫੈਸਲਾ ਕਰਨਾ, ਪਰ ਮੈਂ ਇੱਕ ਗੱਲ ਖੜਿਆਲ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੀ ਸਰਕਾਰ ਨੇ ਬੀਤੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਿਹੋ ਜਿਹੇ ਫੈਸਲੇ ਕੀਤੇ ਕਿ ਇਹ ਸ਼ਹੀਦ ਭਗਤ ਸਿੰਘ ਦਾ ਭਾਣਜਾ ਕੁਲਜੀਤ ਸਿੰਘ ਢੱਟ, ਭਾਈ ਕੁਲਜੀਤ ਸਿੰਘ ਢੱਟ, ਜਿਨ੍ਹਾਂ ਨੂੰ ਫੜ ਕੇ ਝੂਠੇ ਪੁਲਿਸ ਮੁਕਾਬਲੇ ਸ਼ਹੀਦ ਕਰ ਦਿੱਤਾ ਗਿਆ ਸੀ, ਔਰ ਉਹਨਾਂ ਦੇ ਵਿੱਚ ਜਿਹੜੀ ਸਜ਼ਾ ਹੋਈ ਜਿਹੜੇ ਪੁਲਿਸ ਅਫਸਰਾਂ ਨੂੰ, ਇਹ ਜਾਂਦੇ ਜਾਂਦੇ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੀ ਸਜ਼ਾ ਜਿਹੜੀ ਮਾਫ ਕਰ ਦਿੱਤੀ ਗਈ। ਉਦੋਂ ਇਹਨਾਂ ਨੇ ਕੋਈ ਨਾ ਬਿੱਟੂ ਸਾਹਿਬ ਨੇ, ਨਾ ਖੜਿਆਲ ਸਾਹਿਬ ਨੇ, ਨਾ ਇਹਨਾਂ ਦੀ ਪਾਰਟੀ ਨੇ ਭੋਰਾ ਮਾਸਾ ਵੀ ਉਹ ਮੁੱਦਾ ਨਹੀਂ ਠਾਇਆ। ਲੇਕਿਨ ਹੁਣ ਜੇ ਆਹ ਗੱਲ ਅਸੀਂ ਆਪਣੇ ਜਿਹੜੇ ਬੰਦੀ ਸਿੰਘ ਨੇ, ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀ ਗੱਲ ਕਰਦੇ ਆ ਤੇ ਉਹ ਇਹਨਾਂ ਨੂੰ ਪ੍ਰੋਬਲਮ ਆ ਰਹੀ ਹੈ। ਚਲੋ ਠੀਕ। ਨਾਰੰਗ ਸਾਹਿਬ ਇੱਕ ਮਿੰਟ ਪਲੀਜ਼, ਇੱਕ ਮਿੰਟ ਖੜਿਆਲ ਸਾਹਿਬ ਨੂੰ ਵਕਤ ਥੋੜਾ ਹੀ ਹੋਣਾ ਆਪਣੇ ਕੋਲੇ। ਲੋਕੇਸ਼ ਨਾਰੰਗ ਸਾਹਿਬ, ਪ੍ਰਧਾਨ ਮੰਤਰੀ ਸਾਹਿਬ ਇਹਨਾਂ ਚਿੱਠੀਆਂ ਦਾ ਜਵਾਬ ਦੇਣਗੇ ਸਰ? ਇਹ ਕਾਂਗਰਸ ਤੁਹਾਡੇ ਬਾਰੇ ਪਹਿਲਾਂ ਕਹਿੰਦੇ ਹੋ ਸਕਦਾ ਬੀਜੇਪੀ ਦੇ ਸਪੋਕਸਪਰਸਨ ਨੂੰ ਨਾ ਪਤਾ ਹੋਵੇ। ਲੋਕੇਸ਼ ਨਾਰੰਗ ਸਾਹਿਬ ਤਾਂ ਪੁੱਛ ਰਹੇ। ਦੇਖੋ ਕੇਪੀ ਜੀ, ਇੱਕ ਸੈਂਸਿਟਿਵ ਮੁੱਦਾ ਹੈ ਔਰ ਸੁਪਰੀਮ ਕੋਰਟ ਨੇ ਕੁਝ ਗਾਈਡਲਾਈਨਸ ਦਿੱਤੀਆਂ ਨੇ ਇਹਨੂੰ ਡਿਸਾਈਡ ਕਰਨ ਲਈ। ਤਾਂ ਇਸ ਮੁੱਦੇ ਤੇ ਆਪਾਂ ਨੂੰ ਪੰਜਾਬ 'ਚ ਇਹਨਾਂ ਪਾਰਟੀਆਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਸਰ ਚਿੱਠੀ ਦਾ ਜਵਾਬ ਨਹੀਂ ਮਿਲੂਗਾ ਨਾ, ਇਹਦਾ ਮਤਲਬ ਇਹਨਾਂ ਨੂੰ ਦੱਸ ਦਿਓ ਨਾ ਸਰ, ਬਾਕੀ ਪਾਰਟੀਆਂ ਦੱਸ ਦਿਓ ਨਾ। ਨਾਰੰਗ ਸਾਹਿਬ ਤੁਸੀਂ ਇਹਨੇ ਜ਼ਿੰਮੇਵਾਰ ਬੰਦੇ ਹੋ। ਜੋ ਕਾਨੂੰਨ ਅਨੁਸਾਰ ਜਵਾਬ ਹੋਊਗਾ ਉਹ ਮਿਲੂਗਾ। ਚਲੋ ਮਿਲੂਗਾ। ਪ੍ਰੋਪਰ ਚੈਨਲ ਨਾਲ ਗਈ ਆ। ਖੜਿਆਲ ਸਾਹਿਬ ਜਵਾਬ ਆ ਗਿਆ ਤੁਹਾਡਾ। ਬੋਲੋ ਨਾਰੰਗ ਸਾਹਿਬ, ਬੋਲੋ ਸਰ ਬੋਲੋ। ਜੇ ਚਿੱਠੀ ਪ੍ਰੋਪਰ ਚੈਨਲ ਨਾਲ ਮੋਦੀ ਜੀ ਦੇ ਦਫ਼ਤਰ 'ਚ ਗਈ ਹੋਊਗੀ ਤਾਂ ਜਵਾਬ ਮਿਲੂਗਾ। ਜੇ ਸਿਰਫ ਇਹਨਾਂ ਨੇ ਸੋਸ਼ਲ ਮੀਡੀਆ ਲਈ ਬਣਾਈ ਹੋਊਗੀ ਤਾਂ ਮੈਂ ਕਹਿ ਨਹੀਂ ਸਕਦਾ। ਤੁਸੀਂ ਵੀ ਸਵਾਲ ਚੱਕਦੇ ਸੋਸ਼ਲ ਮੀਡੀਆ ਵਾਲੇ, ਕੀ ਗੱਲ ਹੋ ਗਈ? ਜੇ ਇਹਨਾਂ ਨੇ ਸਿਰਫ ਸੋਸ਼ਲ ਮੀਡੀਆ ਲਈ ਬਣਾਈ ਹੋਊਗੀ ਤਾਂ ਮੈਂ ਕਹਿ ਨਹੀਂ ਸਕਦਾ। ਰਾਜਨੀਤੀ ਲਈ ਬਣਾਈ ਹੋਊਗੀ ਤਾਂ ਮੈਂ ਕਹਿ ਨਹੀਂ ਸਕਦਾ। ਜੇ ਪ੍ਰੋਪਰ ਚੈਨਲ ਨਾਲ ਸਰ ਗਈ ਹੋਊਗੀ ਤਾਂ ਉਹਦਾ ਜਵਾਬ ਆਊਗਾ। ਠੀਕ ਹੈ। ਇੱਕ ਮੈਂ WhatsApp ਤੁਹਾਡੇ ਤੋਂ ਸਵਾਲ ਪੁੱਛਣ ਜਾ ਰਿਹਾ ਸਰ, ਹੋ ਸਕਦਾ ਤੁਸੀਂ ਇਸ ਸਵਾਲ ਦਾ ਜਵਾਬ ਦੇ ਸਕੋ। ਸਰ ਰਾਜੋਆਣਾ ਦੀ ਰਿਹਾਈ ਦੀ ਗੱਲ ਅੱਜ ਤਾਂ ਹੋਈ ਨਹੀਂ, ਬਹੁਤ ਸਾਲਾਂ ਤੋਂ ਚੱਲਦੀ ਪਈ ਹੈ ਲਗਾਤਾਰ। ਫਾਂਸੀ ਦੇ ਮੁੱਦੇ ਤੇ ਵੀ ਬਹੁਤ ਰਾਜਨੀਤੀ ਹੋਈ, ਇਸ ਮੁੱਦੇ ਤੇ ਬੜੀ ਬਹਿਸ ਹੋਈ। WhatsApp ਕਦੇ ਇਹਨਾਂ ਦੀਆਂ ਸਰਕਾਰਾਂ ਨੇ, ਕਾਂਗਰਸ ਤੇ ਅਕਾਲੀ ਦਲ ਬੀਜੇਪੀ ਸਰਕਾਰਾਂ ਇਕੱਠੀਆਂ ਰਹੀਆਂ ਸਰ ਇੱਥੇ ਕਿੰਨੇ ਸਾਲ, ਕੀ ਇਹਨਾਂ ਸਰਕਾਰਾਂ ਨੇ ਕਦੇ ਲਿਖ ਕੇ ਦਿੱਤਾ ਕਿ ਰਾਜੋਆਣਾ ਦੀ ਰਿਹਾਈ ਦੇ ਨਾਲ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ? ਕਦੇ ਕਾਂਗਰਸ ਨੇ ਲਿਖਿਆ ਹੋਵੇ, ਕਦੇ ਅਕਾਲੀ ਦਲ ਬੀਜੇਪੀ ਨੇ ਲਿਖਿਆ ਹੋਵੇ? WhatsApp ਕਦੇ ਯਾਦ ਹੈ ਤੁਹਾਨੂੰ? ਦੇਖੋ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਨਹੀਂ ਹੋਇਆ ਹੈ।
ਤੇ ਪਰ ਦੇਖੋ ਬੜਾ ਇਹ ਵੀ ਸਵਾਲ ਹੈਗਾ ਕਿ ਬੜਾ ਲੰਬਾ ਸਮਾਂ ਜਿਹੜੀ ਹੈ ਬੀਜੇਪੀ ਔਰ ਅਕਾਲੀ ਦਲ ਦੀ ਸਾਂਝੀ ਸਰਕਾਰ ਰਹੀ ਅੱਜ ਤੋਂ ਜਿਹੜੇ ਆ 5 ਸਾਲ ਪਹਿਲਾਂ ਦੇ ਕਰੀਬ, ਤੇ ਉਸ ਵੇਲੇ ਵੀ ਜੇ ਚਾਹੁੰਦੇ ਤਾਂ ਉਸ ਵੇਲੇ ਵੀ ਜਿਹੜਾ ਹੈ ਸਟੈਪ ਲਿਆ ਜਾ ਸਕਦਾ ਸੀ। ਬਲਕਿ ਦੇਖੋ ਇਹ ਬਣ ਗਿਆ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਰਾਜ ਸਿਆਸਤ ਜਿਹੜੀ ਆ ਇਹ ਨਾਲ ਜੁੜੀ ਹੋਈ ਆ। ਪੀਰ ਮੁਹੰਮਦ ਸਾਹਿਬ ਨੇ ਜਿਹੜਾ ਹਵਾਲਾ ਦਿੱਤਾ ਸੀ ਕਿ ਕਾਂਗਰਸ ਨੇ ਜਿਹੜੇ ਹਵਾਈ ਜਹਾਜ਼ ਹਾਈਜੈਕ ਕੀਤਾ ਸੀ, ਇੱਕ ਨੂੰ MLA ਬਣਾਤਾ, ਇੱਕ ਨੂੰ ਜਿਹੜਾ ਸੀ MP ਬਣਾਤਾ, ਪਰ ਇਹਨਾਂ ਵੀ ਬਣਾਇਆ ਨਾ ਜਦੋਂ ਜਿਹੜਾ ਸੀ ਰਣਜੀਤ ਸਿੰਘ ਜਿਨ੍ਹਾਂ ਨੇ ਨਿਰੰਕਾਰੀ ਮੁਖੀ ਦਾ ਕਤਲ ਕੀਤਾ ਸੀ, ਉਹ ਜਦੋਂ ਬਾਹਰ ਆਇਆ ਇਹਨਾਂ ਵੀ ਤਾਂ ਅਕਾਲ ਤਖਤ ਦਾ ਜਥੇਦਾਰ ਬਣਾਇਆ ਉਹਨਾਂ ਨੂੰ। ਇਹ ਤਾਂ ਵੇਖੋ ਸਿਆਸਤ ਜਿਹੜਾ ਵਾ ਆਪਣਾ ਲਾਹਾ ਲੈਣ ਦੇ ਲਈ ਹਰ ਇੱਕ ਕੁਝ ਨਾ। ਸਰ ਇਹਨਾਂ ਚਿੱਠੀਆਂ ਦਾ ਕੋਰਟ ਦੇ ਉੱਤੇ ਕੋਈ ਅਸਰ ਤਾਂ ਨਹੀਂ ਪਊਗਾ? ਨਹੀਂ, ਜਿਹੜਾ ਇਹਦਾ ਚਿੱਠੀਆਂ ਦਾ ਇਹ ਆਪਣੀ ਜਿਹੜੀ ਦੇਖੋ ਆਪਣੀ ਕੋਸ਼ਿਸ਼ ਕਰ ਰਹੇ ਨੇ, ਲੋਕਾਂ ਤੱਕ ਆਪਣਾ ਮੈਸੇਜ ਦੇ ਰਹੇ ਨੇ, ਆਪਣੀ ਗੱਲ ਲੋਕਾਂ ਤੱਕ ਜਾ ਰਹੇ ਨੇ, ਤੇ ਕੋਰਟ ਦੇ ਉੱਤੇ ਜਿਹੜਾ ਵਾ ਇਸ ਇਸ਼ੂ ਦੇ ਉੱਤੇ ਕੋਈ। ਲਕੇਸ਼ ਨਾਰਾਇਣ ਸਾਹਿਬ, ਰਾਜੋਆਣਾ ਦੀ ਰਿਹਾਈ ਨਾਲ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਹੈ? ਦੇਖੋ ਸਰ, ਭਾਰਤੀ ਜਨਤਾ ਪਾਰਟੀ ਦੇ ਪ੍ਰਵਕਤਾ ਹੋਣ ਦਾ ਤੇ ਮੇਰਾ ਇਸ ਵੇਲੇ ਕੋਈ ਪ੍ਰਸ਼ਨ ਦਾ ਉੱਤਰ ਨਹੀਂ ਦੇ ਸਕਦਾ, ਕਿਉਂਕਿ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਹੈ ਉਹੀ ਇਹਦੇ ਬਾਰੇ ਦੱਸ ਸਕਦੀ ਹੈ। ਚਲੋ, ਪੰਜਾਬ ਦੀ ਮੌਜੂਦਾ ਸਰਕਾਰ ਦੱਸੋਗੀ। ਖੜਿਆਲ ਸਾਹਿਬ ਬੋਲੋ, ਤੁਸੀਂ ਕੁਝ ਕਹਿਣਾ ਚਾਹ ਰਹੇ ਸੀ, ਫਟਾਫਟ ਬੋਲੋ ਪਲੀਜ਼। ਮੈਂ ਬਸ ਦੋ ਹੀ ਚੀਜ਼ਾਂ ਕਹਿਣਾ ਚਾਹੁੰਦਾ ਹਾਂ, ਫਟਾਫਟ ਪਲੀਜ਼। ਹਾਂਜੀ, ਪੀਰ ਮੁਹੰਮਦ ਸਾਹਿਬ ਨੇ ਬੇਸਿਕਲੀ ਕਿਹਾ ਕਿ ਜਿਹੜੇ 20 ਸਾਲ ਤੋਂ ਜ਼ਿਆਦਾ ਭੁਗਤ ਰਹੇ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ 18 14 17 ਹੁੰਦੀ ਹੈ 20 ਸਾਲੀ ਦੀ, ਕਾਈਂਡਲੀ ਸੁਣ ਲਓ, ਲਾਈਫ ਇੰਪ੍ਰਿਜ਼ਨਮੈਂਟ ਜਿਹੜੇ ਉਹ ਤੋਂ ਜ਼ਿਆਦਾ ਭੁਗਤ ਰਹੇ ਆ, 20 ਤੋਂ ਜ਼ਿਆਦਾ ਕ੍ਰਾਸ ਕਰ ਗਏ। ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਦੇ ਰਾਜ ਦੇ ਵਿੱਚ ਪੰਜਾਬ 'ਚ ਕੋਈ ਕੱਢੇ ਬਾਹਰ? ਨੰਬਰ 1। ਨੰਬਰ 2, ਜੇ ਨਹੀਂ ਕੱਢੇ ਕਦੇ ਉਹਨਾਂ ਦੇ ਖਿਲਾਫ ਆਵਾਜ਼ ਚੱਕੀ ਜਿਹੜੇ ਪੰਜਾਬ ਦੇ ਵਿੱਚ ਜ਼ਿਆਦਾ ਭੁਗਤ ਰਹੇ ਸਜ਼ਾ ਕਿਤੇ ਹੋਰ, ਸਿਰਫ ਔਰ ਸਿਰਫ ਜਿਹੜੇ ਕੰਸਰਨਡ ਇੰਡੀਵਿਜੂਅਲਸ ਆ ਤੁਹਾਡੇ ਨਾਲ, ਉਹਨਾਂ ਬਾਰੇ ਤੁਸੀਂ ਆਵਾਜ਼ ਚੱਕ ਦਿੰਦੇ ਹੋ, ਲੇਕਿਨ ਜਿਹੜਾ ਬਾਕੀ ਹਿੰਦੁਸਤਾਨ ਦੇ ਲੋਕ ਆ ਉਹਨਾਂ ਨਾਲ ਤੁਸੀਂ ਬੋਦਰਡ ਹੀ ਨਹੀਂ ਹੈਗੇ। ਪੀਰ ਮੁਹੰਮਦ ਸਾਹਿਬ ਤੁਹਾਡੇ ਤੇ ਬਹੁਤ ਵੱਡਾ ਐਲੀਗੇਸ਼ਨ ਲਾਇਆ, ਜਵਾਬ ਦੇਣਾ ਚਾਹੁੰਦੇ ਹੋ? ਫਟਾਫਟ ਦਿਓ ਪਲੀਜ਼। ਦੇਖੋ, ਇਹ ਤਾਂ ਹੁਣ ਮੈਂ ਉਹੀ ਗੱਲ ਕਹਿਣਾ ਕਿ ਇਹ ਸਿੰਘ ਹਟਾਉਣ ਵਾਲੀ ਗੱਲ ਹੈ, ਇਸ ਗੱਲ ਦਾ ਕੋਈ ਅੰਤ ਨਹੀਂ ਹੈਗਾ, ਪਰ ਮੇਨ ਗੱਲ ਇਹੋ ਹੀ ਹੈ ਕਿ ਦੇਖੋ ਅਸੀਂ ਹਰ ਉਸ ਵਿਅਕਤੀ ਨੂੰ ਜਿਹੜਾ ਕਾਨੂੰਨ ਅਨੁਸਾਰ ਸਜ਼ਾ ਪੂਰੀ ਕਰ ਚੁੱਕਾ ਹੈ ਉਹਦੀ ਰਿਹਾਈ ਦੀ ਮੰਗ ਕਰਦੇ ਆ। ਬਹੁਤ ਧੰਨਵਾਦ ਸਰ, ਮੇਰੇ ਕੋਲ ਵਕਤ ਨਹੀਂ ਹੈ ਸਰ। ਖੜਿਆਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਪੀਰ ਮੁਹੰਮਦ ਸਾਹਿਬ ਤੁਹਾਡਾ ਬਹੁਤ ਧੰਨਵਾਦ, ਲਕੇਸ਼ ਨਾਲ ਤੁਹਾਡਾ ਬਹੁਤ ਧੰਨਵਾਦ, ਤੇ ਬਾਠ ਸਾਹਿਬ ਤੁਹਾਡਾ ਬਹੁਤ ਧੰਨਵਾਦ। ਇਸ ਡਿਬੇਟ ਦੇ ਵਿੱਚ 3 ਵਕੀਲ ਬੈਠੇ ਸੀ, 2 ਆਪਣੀ ਪਾਰਟੀਆਂ ਦੀ ਵਕਾਲਤ ਕਰ ਰਹੇ ਸੀ, 1 ਕਾਨੂੰਨ ਬਾਰੇ ਦੱਸਦੇ ਪਏ ਸੀਗੇ, ਤੇ ਪੀਰ ਮੁਹੰਮਦ ਸਾਹਿਬ ਸਿੱਧੀ ਗੱਲ ਕਰਦੇ ਪਏ ਸੀਗੇ ਕਿ ਧੱਕਾ ਹੋ ਰਿਹਾ। ਬਹੁਤ ਸਾਰੇ ਸਵਾਲ ਅਸੀਂ ਪੁੱਛੇ ਆ, ਪਰ ਨਾ ਚਿੱਠੀਆਂ ਦੀ ਰਾਜਨੀਤੀ ਦੇ ਵਿਚਾਲੇ ਤੁਹਾਡੇ ਸਾਹਮਣੇ ਕੀ ਆਊਗਾ ਮੈਂ ਜ਼ਰੂਰ ਲੈ ਕੇ ਆਊਂਗਾ, ਕਿਉਂਕਿ ਮਾਮਲਾ ਸਬ ਜੁਡਿਸ ਹੈ ਤੇ ਹਜੇ ਸੁਣਵਾਈਆਂ ਚੱਲਦੀਆਂ ਪਈਆਂ। ਜੋ ਤਰੀਕਾਂ ਅਗਲੀਆਂ ਆ ਜਾਣਗੀਆਂ, ਜੋ ਸੁਣਵਾਈ ਹੋ ਜਾਵੇਗੀ, ਫਿਰ ਇਹ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਜਾਵਾਂ। ਬਹੁਤ ਧੰਨਵਾਦ।